100% ਚੰਨੀ ਵਾਂਗੂ ਗਰੰਟੀ ਨਹੀਂ, ਜਿਹੜੀ ਗਰੰਟੀ ਹੁੰਦੀ ਉਹ ਪੂਰੀ ਗਰੰਟੀ ਨਹੀਂ ਗਰੰਟੀ ਆ। ਬੜੇ ਪਿੰਡ ਦੇ ਵਿੱਚ ਫੋਨ ਕਰਕੇ ਥੋੜ੍ਹੇ ਪੈਸੇ ਘੱਟ ਵੀ ਆ ਰਿਹਾ, ਹੌਲੀ ਹੌਲੀ ਜਿੱਕਰ ਆਉਂਦਾ ਉਹਦੇ ਕੋਲ ਪੈਸਾ ਲੱਗੀ ਜਾਂਦਾ। ਸਿੱਧੂ ਸਾਹਿਬ ਬਹੁਤ ਚੰਗਾ ਬੰਦਾ, ਬਹੁਤ ਠੀਕ ਹੈ। ਹੁਣ ਤੇ ਜਿਹਦੇ ਗੱਲ ਪੈਂਦਾ ਉਸੇ ਦੇ ਗੱਲ ਪਈ ਜਾਂਦਾ। ਬੰਦਾ ਜ਼ਮੀਨ ਵੇਚ ਕੇ ਭੇਜਦਾ ਜਵਾਕਾਂ ਨੂੰ, ਉਧਰ ਜਵਾਕ ਰੁਲਦੇ, ਇੱਧਰ ਮਾਂ ਪਿਓ ਰੁਲਦੇ ਆ। ਅਨਇੰਪਲੋਇਮੈਂਟ ਫਿਨਿਸ਼ ਹੋਊਗੀ, ਓਬਵੀਅਸਲੀ ਆਪਣੀ ਇੰਡੀਆ ਤਰੱਕੀ ਕਰੂਗਾ ਹੀ ਕਰੂਗਾ। ਉਹ 1000 ਕਹਿੰਦਾ, ਦੂਏ 2 ਕਹਿੰਦਾ, ਝੂਠੇ ਬੋਲਣਾ। ਇੰਨੇ ਐਲਾਨ ਵੀ ਕਰਨੇ ਚੰਗੇ ਨਹੀਂ ਹੁੰਦੇ, ਜਿਹੜੀ ਚੀਜ਼ ਪੂਰੀ ਉਹਨੂੰ ਹੋਵੇ, ਜਾਂ ਐਲਾਨ ਕਰ ਦਿਓ ਜਾਂ ਉਹਨੂੰ ਲਾਗੂ ਕਰ ਦਿਓ। ਪਹਿਲਾਂ ਕੈਪਟਨ ਨੇ 4.5 ਸਾਲ ਗੁਜ਼ਾਰਤੇ, ਲੋਕਾਂ ਦਾ ਭੱਠਾ ਬਿਠਾਲਤਾ ਉਹਨੇ, ਲੋਕਾਂ ਨੂੰ ਪਰ ਕਚਹਿਰੀਆਂ ਵਿੱਚ ਕੋਰਟ ਕੇਸ ਚਲਾਤੇ ਉਹਨੇ, ਕਰਜ਼ ਮਾਫੀ ਦੇ ਐਲਾਨ ਕਰਕੇ ਉਹਨੇ, ਲੋਕ ਡਿਫਾਲਟਰ ਹੋ ਗਏ। ਬਾਹਰਲੀ ਕੰਟਰੀ ਦਾ ਟੈਕਸ ਭਰਦੇ ਆ ਲੋਕ, ਉਹ ਟੈਕਸ ਰਿਟਰਨ ਹੋ ਕੇ ਉਹਨਾਂ ਨੂੰ ਮਿਲਦਾ ਓਬਵੀਅਸਲੀ। ਇੱਥੇ ਜੇ ਟੈਕਸ ਭਰਦੇ ਆ ਉਹ ਮੰਤਰੀ ਖਾ ਲੈਂਦੇ ਆ ਆਪੇ। ਨਸ਼ਾ ਹਫ਼ਤੇ 'ਚ ਕਹਿੰਦਾ ਕੈਪਟਨ ਸਾਹਿਬ ਬੰਦ ਕਰ ਦੂੰਗਾ, ਉਹ ਬਹਿ ਗਿਆ ਮੁੱਛਾਂ ਚੜਾ ਕੇ ਦਿੱਲੀ, ਕਰ ਲਓ ਨਸ਼ਾ ਬੰਦ। ਇੱਥੇ ਹੋਮ ਡਿਲੀਵਰੀ ਹੋਣ ਲੱਗ ਗਈ। ਅਸੀਂ ਪਰਿਵਾਰ ਥੋੜ੍ਹਾ ਮਰਾਉਣਾ ਜੇ ਸਾਨੂੰ ਕੋਈ ਸਿਕਿਉਰਟੀ ਨਹੀਂ, ਕੋਈ ਗੱਲ ਨਹੀਂ, ਨਾ ਸਾਡੇ ਕੋਲ ਪਾਵਰ ਹੈ। ਸਰਕਾਰ ਕੋਲ ਪਾਵਰ ਹੈ ਨਸ਼ਾ ਬੰਦ ਕਰਨ ਦੀ, ਉਹ ਕੋਲ ਕਰਕੇ ਪਕਾਉਣੇ ਅਗਲੇ ਆ ਜਾਓ। ਪਹਿਲਾਂ ਕੈਪਟਨ ਨੇ ਵੀ ਫੋਨ ਦਿੱਤੇ ਪਏ ਜੀ, ਅਸੀਂ ਉਹਨਾਂ ਤੇ ਗੇਮਾਂ ਖੇਡ ਹੈਗੇ ਤੁਹਾਡੇ ਕੋਲ? ਸਾਈ ਨਹੀਂ ਕਿਸੇ ਨੂੰ। ਜਿਹੜੇ ਕਹਿੰਦੇ ਆ ਜੀ ਵੀ ਅਸੀਂ 8 ਸਿਲੰਡਰ ਫ੍ਰੀ ਦੇਵਾਂਗੇ, ਸਿਲੰਡਰ ਫ੍ਰੀ ਦੇਣ ਦੀ ਬਜਾਏ ਉਹ ਸਿਲੰਡਰ ਦਾ ਰੇਟ ਹੀ ਘਟਾ ਦਿਓ। ਫੋਨ ਮਿਲ ਗਏ ਕੈਪਟਨ ਵਾਲੇ? ਹਾਂਜੀ ਹਾਂਜੀ, ਉਹ ਫੈਕਟਰੀ ਫੇਲ ਹੋ ਗਈ ਜੀ। ਜਾਂ ਇਹਨਾਂ ਦਾ ਕਿਆ ਟਿਕਾਣਾ ਵਿੱਚ ਚੰਨੀ ਦਾ ਨਹੀਂ ਹੈਗਾ। ਚੰਨੀ ਨਾਲ 36000 ਮੁਲਾਜ਼ਮ ਪੱਕਾ ਕਰਤਾ, ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੈਗਾ। ਲਿਆਓ ਮੇਰੇ ਸਾਹਮਣੇ ਕਰੋ। ਟੀ ਪਾਰਟੀ ਨੂੰ ਮੌਕਾ ਦੇਣਾ ਹੈ ਕਿ ਹਰ ਦੇਣਾ ਹੀ ਉਹਨਾਂ ਨੂੰ। ਸਤਿ ਸ੍ਰੀ ਅਕਾਲ, ਵਿਜ਼ਨ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ। ਮੈਂ ਸਤਵਿੰਦਰ ਸਿੰਘ ਰੰਧਾਵਾ। ਵਿਜ਼ਨ ਪੰਚਾਇਤ ਲੱਗੀ ਆ ਜੀ ਪਿੰਡ ਧਨੌਰੀ ਵਿਖੇ, ਜ਼ਿਲ੍ਹਾ ਰੂਪਨਗਰ, ਹਲਕਾ ਸ੍ਰੀ ਚਮਕੌਰ ਸਾਹਿਬ। ਸੀਐਮ ਚੰਨੀ ਦਾ ਹਲਕਾ ਹੈ, ਕੰਮ ਤਾਂ ਹੋਈ ਹੋਣਗੇ, ਮਨ 'ਚ ਇਹ ਖਿਆਲ ਆਉਂਦਾ ਹੈ, ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ, ਪਰ ਅਸਲ ਤਸਵੀਰ ਕੀ ਹੈ ਉਹ ਜਾਣਦੇ ਆ। ਬਜ਼ੁਰਗੋ, ਕੀ ਨਾਮ ਆਪਣਾ? ਅਮਰੀਕ ਜੀ, ਕਹਿੰਦੇ ਸੀਐਮ ਚੰਨੀ ਨੇ ਜਦੋਂ ਦਾ ਆਪਣਾ ਅਹੁਦਾ ਸੰਭਾਲਿਆ ਮੁੱਖ ਮੰਤਰੀ ਦਾ, ਪਿੰਡਾਂ ਦਾ ਵਿਕਾਸ ਹੋਣ ਲੱਗ ਪਿਆ। ਗੱਲ ਸੱਚੀ ਹੈ? ਸਾਡੇ ਪਿੰਡਾਂ ਦਾ ਬਹੁਤ ਵਿਕਾਸ ਹੋਇਆ। ਅੱਛਾ। ਸਾਡੇ ਆਲੇ ਦੁਆਲੇ ਸੜਕਾਂ ਬਣਨ ਲੱਗੀਆਂ, ਪਿੰਡ ਵਿੱਚ ਵੀ ਸੜਕਾਂ ਬਣ ਰਹੀਆਂ 2। ਬਿਲਕੁਲ ਸੱਚੀ ਗੱਲਾਂ ਨੇ ਇਹ। ਬਿਲਕੁਲ ਜੋ ਕੋ ਹੋਇਆ ਠੀਕ ਹੈ, ਸੱਚ ਦੱਸੇਂਗੇ। ਦੋ ਕੰਮ ਚੱਲਦੇ ਆ ਸਾਡੇ ਪਿੰਡ ਵੀ ਸੜਕ ਦਾ। ਹਾਂ, ਪਹਿਲਾਂ ਕੁਝ ਘਾਟ ਹੋਣੀ ਹੈ, ਕੋਈ ਘਾਟ ਹੋਊ ਇੱਕ ਅੱਧੀ? ਕੋਈ ਘਾਟ ਨਹੀਂ। ਪਹਿਲਾਂ ਵੀ ਲੋਕੇਟਾਂ ਲੱਗਦੀਆਂ ਨੇ ਕਾਂਗਰਸ ਦੀ ਸਰਕਾਰ ਦੇ ਟਾਈਮ 'ਚ। ਅੱਛਾ। ਪਿੰਡ 'ਚ ਲੱਗੀਆਂ ਲੋਕੇਟਾਂ ਸਭ। ਪੁਰਾਣੀ ਸਰਕਾਰ ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਹੋ ਰਹੇ ਸੀ ਕੰਮ? ਕੰਮ ਤਾਂ ਜਦ ਵੀ ਹੁੰਦੇ ਤੇ, ਜਦ ਜਾਨੀ ਦੂਈਆਂ ਇੱਟਾਂ ਲੱਗਦੀਆਂ ਨੇ, ਹੁਣ ਲੋਕ ਲੱਗੀਆਂ। ਜਦ ਲੱਗੀਆਂ ਤਾਂ ਜਦ ਵੀ ਬਹੁਤ ਹੈ। ਪੰਚਾਇਤ ਨੇ ਬਹੁਤ ਕੁਝ ਕਰਿਆ ਜਦ ਪਿੰਡ ਦਾ। ਹਾਂ, ਮਤਲਬ ਹੁਣ ਵਧੀਆ ਵਿਕਾਸ ਹੋਈ ਜਾਂਦੇ ਨੇ। ਬਜ਼ੁਰਗੋ, ਤੁਹਾਡਾ ਕੀ ਨਾਮ ਹੈ? ਕਰ ਰਹੇ ਹਾਂ ਜੀ। ਤੁਸੀਂ ਦੱਸੋ ਜੀ, ਕੰਮ ਕਿਹੋ ਜਿਹੇ ਚੱਲ ਰਹੇ ਨੇ? ਠੀਕ ਹੈ, ਚੱਲ ਰਹੇ ਹਾਂ ਜੀ। ਵਧੀਆ ਚੱਲੀ ਜਾਂਦੇ। ਹਾਂ। ਉਹ ਪਿੰਡ ਦੇ ਪੰਚ ਵੀ ਨਾਲ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਪੰਚ ਸਾਹਿਬ, ਕੀ ਨਾਮ ਆਪਣਾ? ਅਮਰਜੀਤ ਸਿੰਘ ਹੈ ਜੀ। ਕਹਿੰਦੇ ਪਿੰਡ ਦੇ ਵਿੱਚ ਬੜਾ ਵਿਕਾਸ ਹੋ ਰਿਹਾ ਜਦੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਮਾਨ ਸੰਭਾਲੀ ਹੈ ਪੰਜਾਬ ਦੀ। ਹੋ ਰਿਹਾ ਜੀ। ਪਰ ਬੀਤੇ ਕੁ ਦਿਨ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਸੀਐਮ ਚੰਨੀ, 36000 ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਨੇ। ਹਾਲਾਂਕਿ ਪਿੰਡ ਦੇ ਵਿੱਚ ਪੰਚਾਇਤ ਦੀ ਗੱਲ ਹੋਣੀ ਚਾਹੀਦੀ ਹੈ, ਪਰ ਉਹ ਐਲਾਨ ਦੀ ਗੱਲ ਕਰ ਰਿਹਾ ਮੈਂ। ਉਹ ਕਹਿੰਦੇ ਗਵਰਨਰ ਨੇ ਫਾਈਲ ਰੋਕੀ ਹੋਈ ਹੈ, ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਦੋਂ ਵਿਚਰ ਰਹੇ ਆ ਉਹ ਦੁੱਖ ਵੀ ਨਜ਼ਰ ਆ ਰਿਹਾ ਲੋਕਾਂ ਦਾ। ਦੁੱਖ ਤਾਂ ਸਾਨੂੰ ਹੈਗਾ, ਇਹ ਬਿਲਕੁਲ ਝੂਠ ਹੈ, ਕੋਈ ਪੱਕਾ ਨਹੀਂ ਮੁਲਾਜ਼ਮ ਹੋਇਆ। ਗਵਰਨਰ ਨੇ ਜੋ ਐਕਸ਼ਨ ਲਾਏ 6 ਬਿਲਕੁਲ ਸਹੀ ਲਾਏ ਆ। ਉਹ ਇਸ ਮਾਮਲੇ 'ਚ ਚੰਨੀ ਝੂਠ ਬੋਲ ਰਿਹਾ। ਸੋ ਕਿਤੇ ਨਾ ਕਿਤੇ ਇਹ ਵੀ ਹੈ ਕਿ ਇਹ ਗੱਲ ਕਿ ਐਲਾਨ ਹੋ ਰਹੇ ਨੇ, ਪਰ ਜਿਹੜਾ ਵਿਕਾਸ ਹੈ, ਚਾਹੇ ਲੋਕਾਂ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਸੂਬੇ ਦੀ ਗੱਲ ਕਰ ਲਈਏ, ਉਹ ਉੱਥੇ ਹੀ ਖੜਿਆ। ਸੋ ਬਾਈ ਜੀ, ਤੁਹਾਡਾ ਕੀ ਨਾਮ ਹੈ ਜੀ? ਦਿਲਬਾਗ ਸਿੰਘ ਹੈ ਜੀ। ਦਿਲਬਾਗ ਜੀ, ਪਿੰਡ ਦੇ ਵਿੱਚ ਕੋਈ ਘਾਟ ਹੋਵੇ, ਕੋਈ ਜ਼ਹਿਨ ਦੇ ਵਿੱਚ ਕਮੀ ਹੋਵੇ ਕਿ ਪੰਚ ਸਾਹਿਬ ਖੜੇ ਨੇ, ਇਹਨਾਂ ਨੂੰ ਦੱਸਣੀ ਹੋਵੇ ਕਿ ਆਹ ਕਮੀ ਹੈ ਬਾਈ ਜੀ, ਆਹ ਪੂਰੀ ਕਰ ਦਿਓ। ਘਾਟਾਂ ਤਾਂ ਜੀ ਵਿੱਚ ਹੁੰਦੀਆਂ ਹੀ ਰਹਿਣੀਆਂ ਹੀ ਘਾਟਾਂ ਤਾਂ। ਹੁਣ ਸਾਡਾ ਸ਼ਮਸ਼ਾਨ ਘਾਟ ਦਾ ਰਾਹ ਜਾਂਦਾ, ਉੱਥੇ ਟੋਭਾ ਖੜਾ ਜੀ, ਉੱਥੇ ਕੋਈ ਰਾਹ ਨਹੀਂ ਹਾਲੇ ਉਹਦਾ ਕੋਈ ਵਿਕਾਸ ਹੋ ਰਿਹਾ ਉਹਦਾ ਹਾਲੇ। ਘਾਟਾਂ ਤਾਂ ਹੈਗੀਆਂ ਜੀ। ਕੰਮ ਵੀ ਚਲੋ ਹੁੰਦੇ ਆ ਜੀ, ਇਹੋ ਜਿਹੀ ਗੱਲ ਵੀ ਨਹੀਂ ਹੈ ਕੰਮ ਨਹੀਂ ਹੁੰਦਾ, ਕੰਮ ਵੀ ਹੋ ਰਹੇ ਆ। ਪਰ ਜਾਣੀ ਮੇਨ ਮੁੱਦੇ ਜਿਹੜੇ ਸ਼ਮਸ਼ਾਨ ਘਾਟ ਨੂੰ ਰਾਹ ਸਾੜੀ ਪੱਟੀ ਨੂੰ ਤਾਂ ਬਹੁਤ ਔਖਾ ਹੋਇਆ ਵਾ ਚੀਜ਼ ਦਾ। ਇਹ ਸਾਡਾ ਮੇਨ ਮੁੱਦਾ ਜੀ। ਦੇਖੋ, ਇਹਨਾਂ ਦਾ ਪੁਆਇੰਟ ਬਿਲਕੁਲ ਸਹੀ ਆ। ਇਹ ਚੀਜ਼ ਦੀ ਗਰੰਟੀ ਉਹ ਰਾਹ ਬਣੂਗਾ ਜੀ, ਜਿਹੜਾ ਇਹਨਾਂ ਨੇ ਮੁੱਦਾ ਉਠਾਇਆ ਉਹ ਬਣ ਕੇ ਰਹੂਗਾ। ਉਹ ਮੈਂ ਗਰੰਟੀ ਦਿੰਦਾ ਇਹ ਚੀਜ਼ ਦੀ।
ਲੋ ਜੀ ਗਾਰੰਟੀ ਮਿਲ ਗਈ ਜੀ ਤੁਹਾਨੂੰ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਖੁਸ਼ ਹਾਂ। ਹੋਰ ਕੋਈ ਘਾਟ ਤੁਸੀਂ ਦੱਸ ਦਿਓ। ਚਲੋ ਦੇਖੋ ਇਹਨਾਂ ਨੂੰ ਘਾਟ ਲੱਗਦੀ ਹੈ, ਸਾਰੇ ਦੀ ਗਾਰੰਟੀ ਪਾਵੋ ਜੀ। ਅਮਰਜੀਤ ਪੰਚ ਲੈਂਦਾ 10 ਦਿਨ, ਕਿਹੜੀ ਘਾਟ ਹੈ? ਲੋ ਜੀ ਆ ਤਾਂ ਬਹੁਤ ਵਧੀਆ ਹੋ ਗਿਆ, ਪੰਜ ਸਾਹਿਬ ਨੇ ਗਾਰੰਟੀ ਲੈ ਲਈ ਹੈ ਸਾਰਿਆਂ ਦੀ। ਸੋ ਜਿਹੜਾ ਇਹਨਾਂ ਦਾ ਕੰਮ ਰੁਕ ਗਿਆ, ਸਰਪੰਚ ਕੋਲ ਜਾਣ ਦੀ ਲੋੜ ਨਹੀਂ। ਚਲੋ ਇੱਕ ਕੋਲ ਜਾਂਦੇ ਆ, ਪੁੱਛਦੇ ਆ ਵੀ ਕੀ ਘਾਟ ਹੈ। ਪੰਜ ਸਾਹਿਬ ਨੇ ਗਾਰੰਟੀ ਲੈ ਲਈ ਹੈ। ਮੈਂ ਇਹਨਾਂ ਦੇ ਵਾਰਡ ਦੇ ਨਹੀਂ ਬਣਾਇਆ ਮੈਨੂੰ, ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਮੈਨੂੰ। ਇਹ ਮੇਰਾ ਵਾਰਡ ਹੈ ਜਿੱਥੇ ਮੈਂ ਖੜਾ। ਹਾਂਜੀ ਹਾਂ, 9 ਵਾਰਡ ਦੇ ਬੰਦੇ ਖੜੇ ਸਾਰੇ ਜੀ। ਜ਼ਿੰਮੇਵਾਰੀ ਮਿਲ ਗਈ ਤੁਹਾਨੂੰ ਹੁਣ। ਮੇਰੀ 100% ਚੰਨੀ ਵਾਂਗੂ ਗਾਰੰਟੀ ਨਹੀਂ, ਜਿਹੜੀ ਗਾਰੰਟੀ ਹੁੰਦੀ ਉਹ ਪੂਰੀ ਗਾਰੰਟੀ, ਵਾਰੰਟੀ ਨਹੀਂ ਗਾਰੰਟੀ ਹੈ। ਗਾਰੰਟੀ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਵੀ ਦੇ ਉਹ ਤਾਂ ਦੇ ਦਿੰਦਾ, ਉਹ 1000 ਕਹਿੰਦਾ, ਦੂਆ 2 ਕਹਿੰਦਾ, ਝੂਠੇ ਬੋਲਣਾ। ਸਾਡੇ ਕੋਲ ਤਾਂ ਬਜਟ ਪਿਆ ਹੈ, ਉਹ ਮੈਂ ਭਰੋਸਾ ਦਿੰਦਾ ਵੀ ਉਹ ਬਣ ਕੇ ਰਹੂਗਾ। ਥੋੜਾ ਜਿਹਾ ਸਹਿਯੋਗ ਦੀ ਇਹਨਾਂ ਦੀ ਲੋੜ ਜ਼ਰੂਰ ਪਊਗੀ, ਉਹ ਮੈਨੂੰ ਦੇ ਦੇਣਾ। ਸਹਿਯੋਗ ਦੀ ਲੋੜ ਹੈ। ਬਾਈ ਜੀ ਤੁਹਾਡਾ ਕੀ ਨਾਮ ਹੈ? ਗੁਲਜ਼ਾਰ ਸਿੰਘ ਹੈ ਜੀ। ਗੁਲਜ਼ਾਰ ਜੀ ਦੱਸ ਦਿਓ ਜੀ, ਹੁਣ ਤਾਂ ਕਹਿੰਦੇ ਗਾਰੰਟੀ ਦੇ ਦਾਂਗੇ, ਕੋਈ ਘਾਟ ਹੋਵੇ ਦੱਸ ਦਿਓ, ਫਿਰ ਬਾਅਦ ਦੇ ਵਿੱਚ ਕੀ ਗੱਲਾਂ ਸੁਣਨੀ। ਕੋਈ ਘਾਟ ਨਹੀਂ ਹੈਗੀ, ਠੀਕ ਹੈ ਕਹਿੰਦਾ। ਠੀਕ ਹੈ, ਹਾਂ ਠੀਕ ਹੈ ਕਹਿੰਦਾ ਜੀ। ਵਧੀਆ ਚੱਲੀ ਜਾਂਦੇ ਕੰਮ ਸਾਰੇ? ਵਧੀਆ ਵਧੀਆ ਜੀ, ਸੱਚੀ ਗੱਲ ਹੈ? ਸੱਚੀ ਗੱਲ ਹੈ ਜੀ। ਇਹ ਪੂਰਾ ਕੰਮ ਚੱਲਦਾ, ਪੂਰਾ ਕੰਮ ਚੱਲਦਾ ਜੀ ਸੋਹਣਾ। ਅੱਛਾ, ਤੁਹਾਡਾ ਕੀ ਨਾਮ ਹੈ ਜੀ? ਬਲਜੀਤ ਸਿੰਘ ਜੀ। ਆਫ ਕੈਮਰਾ ਗੱਲ ਹੋ ਰਹੀ ਸੀ, ਤੁਸੀਂ ਵੀ ਸਾਬਕਾ ਪੰਚ ਰਹੇ ਹੋ। ਕੀ ਘਾਟ ਹੈ ਪਿੰਡ ਦੇ ਵਿੱਚ ਜੀ? ਘਾਟਾਂ ਜਿਹੜੀਆਂ ਥੀਆਂ ਜੀ ਉਹ ਹੁਣ ਪੂਰੀਆਂ ਵੀ ਹੁੰਦੀਆਂ ਜਾਂਦੀਆਂ। ਜਿਹੜੇ ਰਹਿੰਦੀਆਂ ਹਲੇ ਬੜਾ ਪਿੰਡ ਹੈ ਸਾਡਾ, ਬੜੇ ਪਿੰਡ ਦੇ ਵਿੱਚ ਹੋਣ ਕਰਕੇ ਥੋੜ੍ਹੇ ਜਿਹੇ ਪੈਸੇ ਘੱਟ ਵੀ ਆ ਰਿਹਾ। ਹੌਲੀ ਹੌਲੀ ਜਿੱਕਰ ਆਉਂਦਾ ਉਹਦੇ ਕੋਲ ਪੈਸਾ ਲੱਗੀ ਜਾਂਦਾ, ਜਿਹੜੀ ਘਾਟ ਹੈ ਉਹ ਪੂਰੀ ਹੁੰਦੀ ਜਾਂਦੀ ਹੈ। ਹਾਂ। ਵੋਟ ਕਿੰਨੀ ਹੈ ਜੀ ਪਿੰਡ ਦੀ? 2000 ਹੋ ਗਈ ਜੀ ਆਪਣੀ, 2 ਦਾ ਗੇੜ ਹੈਗੀ। 2000 ਦੇ ਨੇੜੇ ਤੇੜੇ ਵੋਟ ਹੈਗੀ ਆ। ਸੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਐਲਾਨਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਪਹਿਲਾਂ ਉਹਨੇ ਐਲਾਨਾਂ ਤਾਂ ਐਂ ਜੀ, ਇੰਨੇ ਐਲਾਨ ਵੀ ਕਰਨੇ ਚੰਗੇ ਨਹੀਂ ਹੁੰਦੇ, ਜਿਹੜੀ ਚੀਜ਼ ਪੂਰੀ ਉਹਨੂੰ ਹੋਵੇ। ਜਾਂ ਐਲਾਨ ਕਰ ਦਿਓ ਜਾਂ ਉਹਨੂੰ ਲਾਗੂ ਕਰ ਦਿਓ। ਹੁਣ ਪਹਿਲਾਂ ਬਿਜਲੀ ਦੇ ਬਿੱਲੇ ਲਟਕਦੇ ਫਿਰਦੇ, ਸਾਨੂੰ 6 ਮਹੀਨੇ ਹੋ ਗਏ ਬਿੱਲ ਆਏ ਨੂੰ, 5 ਮਹੀਨੇ। ਹੁਣ ਲੋਕਾਂ ਦੇ ਬਿੱਲ ਵੱਧ ਜਾਣੇ ਆ, ਉਹ ਤਾਰਨਗੇ ਕਿਵੇਂ? ਇੰਨੀ ਰਕਮ ਇਕੱਠੀ ਹੋਈ। ਹੁਣ ਕਹਿੰਦੇ ਵੀ ਮਾਫ ਹੋ ਜਾਣੇ, ਮਾਫ ਹੋ ਜਾਣੇ। ਵੀ ਜਾਣੀ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਐਲਾਨ ਘੱਟ ਹੋਣੇ ਚਾਹੀਦੇ, ਕੰਮ ਐਟ ਏ ਟਾਈਮ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਹ ਗਾਰੰਟੀ ਦਿੱਤੀ ਗਈ ਸੀ, ਕਹਿੰਦੇ ਮਹਿਲਾਵਾਂ ਨੂੰ 1000 ਰੁਪਇਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਉਸ ਦੇ ਉੱਤੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਂਗਲੀ ਚੁੱਕੀ ਸੀ, ਕਹਿੰਦੇ ਕਿ 1000 ਰੁਪਇਆ ਨਹੀਂ ਚਾਹੀਦਾ ਸਾਡੀਆਂ ਮਹਿਲਾਵਾਂ ਨੂੰ, ਕੰਮ ਇੱਥੇ ਜੇਕਰ ਹੈ ਰੁਜ਼ਗਾਰ ਦਿਓ ਆ ਕੇ। ਪਰ ਬਾਅਦ ਦੇ ਵਿੱਚ ਆ ਖੁਦ ਵੀ ਐਲਾਨ ਕਰਤਾ, ਕਹਿੰਦੇ 2000 ਰੁਪਇਆ ਦਿੱਤਾ ਜਾਊਗਾ, ਨਾਲ 8 ਸਿਲੰਡਰ ਦਿੱਤੇ। ਕਿਸ ਤਰ੍ਹਾਂ ਵੇਖਦੇ ਹੋ? ਉਹ ਇਹ ਬਿਲਕੁਲ ਝੂਠ ਬੋਲ ਰਿਹਾ। ਇਹ ਹਾਈ ਕਮਾਂਡ ਨੇ ਫੈਸਲਾ ਕਰਨਾ ਹੁੰਦਾ, ਇਹ ਆਪੇ ਕਰੀ ਜਾਂਦਾ, ਬੈਠਾ ਘਰ ਬੈਠੇ ਹੀ ਕਰੀ ਜਾਂਦਾ। ਮੈਂ ਕਰ ਦੂੰਗਾ, ਇਹਨੂੰ ਤਾਂ ਪਾਵਰ ਹੀ ਨਹੀਂ ਹੈਗੀ। ਇਹਨੇ ਤਾਂ ਆਪਣੀ ਜਿਹੜੀ ਥੀ ਮਾੜੀ ਮੋਟੀ ਉਹ ਵੀ ਖੋਲੀ। ਅੱਗੇ ਲੋਕ ਇਹਨੂੰ ਚੰਗਾ ਗਿਣਦੇ ਤੇ ਬਹੁਤ, ਵੀ ਸਿੱਧੂ ਸਾਹਿਬ ਬਹੁਤ ਚੰਗਾ ਬੰਦਾ, ਬਹੁਤ ਠੀਕ ਹੈ। ਹੁਣ ਤੇ ਹੀ ਜਿਹਦੇ ਗੱਲ ਪੈਂਦਾ ਉਸੇ ਦੇ ਗੱਲ ਪਈ ਜਾਂਦਾ। ਆਪਣੀ ਮੈਂ ਮੈਂਬਰ ਪੰਚਾਇਤ ਹਾਂ, ਚਾਹੇ ਲੱਖ ਨੁਕਸ ਹੈ, ਮੈਂ ਕਹੂੰਗਾ ਮੇਰੀ ਪੰਚਾਇਤ 1 ਨੰਬਰ ਹੈ। ਮੈਂ ਵਿੱਚ ਕਮੇਟੀ ਤੇ ਬੈਠ ਕੇ ਰੌਲਾ ਪਾ ਸਕਦਾ, ਘੱਟ 'ਚ ਨਹੀਂ ਕਹਿ ਸਕਦਾ ਵੀ ਮੇਰਾ ਸਰਪੰਚ ਕਾਏ ਆ ਵੀ ਆਏ ਬਿਲਕੁਲ ਓਕੇ ਆ। ਉਹ ਤਾਂ ਕਹਿੰਦੇ ਪੰਚਾਇਤ ਨੂੰ ਅਧਿਕਾਰ ਦੇ ਦੇਣੇ ਆ ਜਦੋਂ ਸਰਕਾਰ ਬਣ ਗਈ। ਹੁਣ ਵੀ ਸਾਡੇ ਕੋਲ ਅਧਿਕਾਰ ਹੈਗੇ, ਹੁਣ ਅਸੀਂ ਵਰਤ ਰਹੇ ਹਾਂ ਜਿੰਨੇ ਕਿ ਸਾਡੇ ਹੈਗੇ ਪਿੰਡ ਦੇ ਸੁਧਾਰ ਵਾਸਤੇ, ਵਿਕਾਸ ਵਾਸਤੇ। ਜਿੰਨੇ ਅਧਿਕਾਰ ਹੈਗੇ ਠੀਕ ਨੇ, ਸੰਤੁਸ਼ਟ ਹੋ? ਵਰਤ ਰਹੇ ਹਾਂ ਅਸੀਂ, ਉਹਨਾਂ ਨੂੰ ਮਿਸਯੂਜ਼ ਨਹੀਂ ਕਰ ਰਹੇ, ਲੋਕਾਂ ਦੀ ਭਲਾਈ ਵਾਸਤੇ ਵਰਤ ਰਹੇ ਹਾਂ ਅਸੀਂ। ਤੁਸੀਂ ਕੀ ਕਹਿ ਰਹੇ ਸੀਗੇ? ਉਹ ਤਾਂ ਇਹ ਵੀ ਲੋਕ ਬੜੇ ਰਿਸਪੈਕਟ ਕਰਦੇ ਤੇ ਵੀ ਸਿੱਧੂ ਸਾਹਿਬ ਮੁੱਦੇ ਬਹੁਤ ਉਠਾ ਰਿਹਾ, ਪਰ ਹੁਣ ਮੁੱਦੇ ਉਠਾਉਣ ਦੇ ਬਾਵਜੂਦ ਹੁਣ ਤਾਂ ਹੋਰ ਪਾਰਟੀਆਂ ਦੇ ਗੱਲ ਪੈ ਜਾਂਦਾ। ਆਪਣੀ ਪਾਰਟੀ ਦਾ ਨਹੀਂ ਦੱਸ ਰਿਹਾ ਗੱਦਾ ਵੀ ਸਾਡੀ ਪਾਰਟੀ ਨੇ ਆਹ ਕਰਿਆ ਉਹ ਕਰਿਆ। ਪਹਿਲਾਂ ਕੈਪਟਨ ਨੇ 4.5 ਸਾਲ ਗੁਜ਼ਾਰਤੇ, ਲੋਕਾਂ ਦਾ ਭੱਠਾ ਬਿਠਾਲਤਾ ਉਹਨੇ, ਲੋਕਾਂ ਨੂੰ ਪਰ ਕਚਹਿਰੀਆਂ ਵਿੱਚ ਕੋਰਟ ਕੇਸ ਚਲਾਤੇ ਉਹਨੇ, ਕਰਜ਼ ਮਾਫੀ ਦੇ ਐਲਾਨ ਕਰਕੇ ਉਹਨੇ, ਲੋਕ ਡਿਫਾਲਟਰ ਹੋ ਗਏ, ਚੈੱਕਾਂ ਦੇ ਕੇਸ ਪਾਤੇ ਇਹਨਾਂ ਨੇ। ਹੁਣ ਗਾਹਾਂ ਚੰਨੀ ਵੀ ਨਹੀਂ ਕੁਛ ਕਰਦਾ। ਇਹ ਸਭ ਝੂਠੇ ਵਾਅਦੇ। ਨਵਜੋਤ ਸਿੱਧੂ ਕਹਿੰਦਾ, ਪਹਿਲਾਂ ਕਹਿੰਦਾ ਮੈਂ ਭਗਾ ਕੇ ਮਾਰੂੰਗਾ 1000 ਰੁਪਈਆ, ਅੱਜ ਉਹ ਵੀ ਕਹਿੰਦਾ ਮੈਂ 2000 ਰੁਪਈਆ ਦਊਂਗਾ। ਕਦੇ ਕਹਿੰਦਾ ਮੈਂ 5 ਪੜ੍ਹੀ ਉਹਨੂੰ 5000 ਦਊਂਗਾ, ਮੈਂ 10000 ਦਊਂਗਾ, 20000। ਹੁਣ ਕਿੱਥੇ ਦੇ ਬਜਟ ਆ ਜੂਗਾ ਇਹਨੇ ਕੋਲ? ਦੂਸਰੇ ਪਰ ਉਂਗਲੀ ਚੱਕਣੀ ਸੌਖੀ ਹੈ, ਆਪਣੇ ਅੰਦਰ ਝਾਤ ਮਾਰੋ। ਸੋ ਕੀ ਲੱਗਦਾ ਹੁਣ ਕਿਹੜੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ? ਪਿੰਡਾਂ ਦੇ ਵਿੱਚ ਖੁੰਡ ਚਰਚਾਵਾਂ ਹੁੰਦੀਆਂ ਹੋਣਗੀਆਂ, ਸ਼ਾਮ ਨੂੰ ਤੁਸੀਂ ਬੈਠਦੇ ਹੋ ਸੱਥ ਦੇ ਵਿੱਚ, ਕਿਹੜੀ ਸਰਕਾਰ ਬਣਦੀ ਲੱਗਦੀ ਹੈ? ਇਹ ਤਾਂ ਕੋਈ ਫਾਈਨਲ ਨਹੀਂ ਰਲੂਗਾ ਹੀ ਆ, ਸਾਰੇ ਝੂਠ ਜ਼ਬਾਨ ਬੋਲਦੇ ਆ। ਵੋਟਰ ਬੜਾ ਸਿਆਣਾ ਹੈ, ਉਹਨੂੰ ਇਹ ਨਹੀਂ ਸਮਝ ਆ ਰਹੀ ਮੈਂ ਜਾਵਾਂ ਕਿੱਧਰ। ਇੱਕ ਤੇ ਇੱਕ ਝੂਠ ਬੋਲਦਾ, ਜੇ ਅੱਜ ਇੱਕ ਝੂਠ ਬੋਲਦਾ ਤਾਂ ਉਹ ਸਟੈਪ 2 ਅੱਗੇ ਬੋਲਦਾ। ਬਾਈ ਨੌਜਵਾਨ ਵੀਰ ਵੀ ਖੜੇ ਨੇ, ਗੱਲਬਾਤ ਇਹਨਾਂ ਨਾਲ ਵੀ ਕਰਦੇ ਆ। ਅੱਗੇ ਆ ਜਾਓ ਮਾੜਾ ਜਿਹਾ ਬਾਈ। ਬਾਈ ਕੀ ਨਾਂ ਆਪਣਾ? ਤਰਨਜੀਤ ਸਿੰਘ ਹੈ ਵੀਰੇ। ਤਰਨਜੀਤ, ਦੇਖੋ ਆਹ ਤਾਂ ਬਜ਼ੁਰਗ ਨੇ ਪਿੰਡ ਦੇ, ਤੁਸੀਂ ਨੌਜਵਾਨ ਹੋ, ਕੀ ਘਾਟ ਕੀ ਲੱਗਦੀ ਹੈ? ਤੁਸੀਂ ਆਪਣੀ ਨਿਗਾਹ ਦੇ ਵਿੱਚ ਕੋਈ ਘਾਟ ਤੁਹਾਡੇ ਹੋਵੇ
ਤੁਸੀਂ ਦੱਸ ਦਿਓ ਕੀ ਘਾਟ ਆ ਪਿੰਡ ਦੇ। ਦੇਖੋ ਵੀਰੇ ਮੇਨ ਹੈਗੀ ਆ ਅਨਇੰਪਲੋਇਮੈਂਟ ਇੱਥੇ, ਕਿਉਂਕਿ ਅਸੀਂ ਵੀ ਬੈਚਲਰ ਡਿਗਰੀਆਂ ਕਰਕੇ ਬੈਠੇ ਹਾਂ ਇੱਥੇ। ਹੁਣ ਪੁਲਿਸ ਦੀ ਭਰਤੀ ਕੱਢੀ ਸੀਗੀ, ਉਹ ਸਾਰਾ ਕੁਝ ਹੋਇਆ ਠੀਕ ਹੈ, ਅਸੀਂ ਕਲੀਅਰ ਕਰੀ, ਮੈਡੀਕਲ ਕਲੀਅਰ ਕਰੀ ਬੈਠੇ ਹਾਂ, ਅਸੀਂ ਪੇਪਰ ਐਗਜ਼ਾਮ ਕਲੀਅਰ ਕਰੀ ਬੈਠੇ ਹਾਂ, ਫਿਜ਼ੀਕਲ ਕਲੀਅਰ ਕਰਕੇ ਬੈਠੇ ਹਾਂ। ਮਹੀਨੇ ਤੋਂ ਉੱਪਰ ਹੋ ਗਿਆ ਸੀ, ਅਨਇੰਪਲੋਇਮੈਂਟ ਮਾਰੀ ਬੈਠੇ ਹਾਂ, ਨਾ ਕੋਈ ਗਵਰਨਮੈਂਟ ਜੌਬ ਨਿਕਲਦੀ ਹੈ। ਏਜ ਨਿਕਲਦੀ ਜਾਂਦੀ ਹੈ, ਕਿਉਂਕਿ ਏਜ ਦਾ ਡਿਫਰੈਂਸ ਇਹਨਾਂ ਨੇ ਰੱਖਣਾ ਹੀ ਰੱਖਣਾ। ਜਿਹੜੇ ਅੱਗੇ ਆਉਂਦੇ ਆ ਓਬਵੀਅਸਲੀ ਉਹ ਫਿਜ਼ੀਕਲ 'ਚ ਸਭ ਤੋਂ ਸਟਰੋਂਗ ਹੋਣਗੇ, ਜਿਹੜਿਆਂ ਦੀ ਏਜ ਨਿਕਲੀ ਜਾਂਦੀ ਹੈ। ਮੇਨ ਹੈ ਅਨਇੰਪਲੋਇਮੈਂਟ, ਅਤੇ ਪਿੰਡ 'ਚ ਜਿੰਨਾ ਕੰਮ ਹੁੰਦਾ ਹੈ ਉਹਨਾਂ ਨੋਰਮਲੀ ਹੈ। ਮੇਨ ਹੈ ਜਿਹੜੀ ਸਾਡੀ ਢੀਂਡਸਾ ਪੱਟੀ ਆ, ਉਹਦੀ ਜਿਹੜਾ ਉਹਦਾ ਮੇਨ ਰੋਡ ਆ, ਜਿਹਦੇ ਨੂੰ ਰੋਡ ਜਾਂਦਾ, ਉਹ ਸਾਰਾ ਵਿੱਚ ਟੋਬੇ ਦਾ ਪਾਣੀ ਅੱਧ ਵਿਚਾਲੇ ਹੁੰਦਾ, ਅਤੇ ਫਸਲਾਂ ਖਰਾਬ ਹੁੰਦੀਆਂ, ਇਹਨਾਂ ਦੇ ਆਲੇ ਦੁਆਲੇ ਖੇਤ ਆ, ਹੈ ਨਾ, ਕਿਉਂਕਿ ਸਭ ਨੇ ਫਸਲਾਂ ਦੇ ਸਿਰ ਤੇ ਹੀ ਖਾਣਾ ਕਿਸਾਨਾਂ ਨੇ। ਓਬਵੀਅਸਲੀ ਫਾਰਮਰਸ ਗੋਨਾ ਵੀ ਈਟ ਔਨ ਫॉर ਦ ਲਾਈਕ ਫਾਰਮਿੰਗ ਰਾਈਟ। ਮੇਨ ਹੈਗਾ ਅਨਇੰਪਲੋਇਮੈਂਟ ਦਾ। ਅਨਇੰਪਲੋਇਮੈਂਟ ਮੁੱਕੂਗੀ, ਕੋਈ ਵੀ ਨਹੀਂ ਬਾਹਰ ਭੱਜੂਗਾ। ਹੁਣ ਤੁਹਾਨੂੰ ਇਹ ਪਤਾ ਅੱਜ ਕੱਲ੍ਹ ਹਰੇਕ ਘਰ 'ਚ ਬੰਦਾ ਕੋਈ ਕੈਨੇਡਾ ਹੈ, ਕੋਈ ਅਮਰੀਕਾ, ਰਾਈਟ, ਕਿਉਂਕਿ ਹੁਣ ਜੇ ਉੱਥੇ ਨਹੀਂ ਜਾਓਗੇ ਓਬਵੀਅਸਲੀ ਇੱਥੇ ਕੁਝ ਨਹੀਂ ਪਚਦਾ ਹੈਗਾ। 2-2 5-5 ਕਿੱਲੇ ਵਾਲੇ ਵੀ ਉੱਥੇ ਭੱਜਦੇ ਨੇ, 10-10 ਵਾਲੇ ਵੀ ਭੱਜਦੇ ਆ। ਭੱਜਣਾ ਪੈਣਾ ਵੀਰੇ ਉਰੇ ਕੁਝ ਬਣਨਾ ਹੀ ਨਹੀਂ ਹੈਗਾ। ਮੇਨ ਗੱਲ ਤਾਂ ਇਹ, ਜੇ ਉਰੇ ਕੁਝ ਬਣੂਗਾ ਓਬਵੀਅਸਲੀ ਬੰਦਾ ਉਰੇ ਰਹੂਗਾ ਆਪਣੇ ਮਾਂ-ਬਾਪ ਕੋਲ। ਉਹਦੇ ਪਿੱਛੇ ਮਾਂ-ਬਾਪ ਰੁਲੀ ਜਾਂਦੇ, ਬੰਦਾ ਉੱਧਰ ਰੁਲੀ ਜਾਂਦਾ ਪੱਕਾ ਹੋਣ ਨੂੰ। 10-10 ਸਾਲ ਬੰਦਾ 20-20 ਸਾਲ ਬਾਹਰ ਲਾ ਕੇ ਆਉਂਦਾ। ਤਾਂ ਮਜਬੂਰਨ ਕਿਤੇ ਨਾ ਕਿਤੇ ਘਰਦਿਆਂ ਨੂੰ ਆਪਣੇ ਬੱਚੇ ਜਿਹੜੇ ਬਾਹਰ ਭੇਜਣੇ ਪੈ ਰਹੇ ਨੇ। ਬਿਲਕੁਲ ਵੀਰੇ, ਓਬਵੀਅਸਲੀ ਈਵਨ ਮੇਰੀ ਖੁਦ ਦੀ ਫੈਮਿਲੀ ਸਾਰੇ ਬੈਠੇ। ਮੇਰੇ ਤਾਇਆ ਜੀ ਸਨ 80 ਦੇ ਗਏ ਸੀਗੇ ਬਾਹਰ, 1980 ਦੇ ਅਮਰੀਕਾ ਗਏ ਹੋਏ ਆ, ਇੱਕ ਵਾਰ ਆਏ ਹੁਣ ਤੱਕ ਇੰਡੀਆ। ਬੰਦੇ ਨੇ ਪਿੱਛੋਂ ਸਾਰਾ ਕੁਝ ਗਵਾ ਲਿਆ ਬੰਦਾ। ਮੇਨ ਗੱਲ ਅਨਇੰਪਲੋਇਮੈਂਟ ਫਿਨਿਸ਼ ਹੋਊਗੀ, ਓਬਵੀਅਸਲੀ ਪੰਜਾਬ ਤਰੱਕੀ ਕਰੂਗਾ, ਇੰਡੀਆ ਤਰੱਕੀ ਕਰੂਗੀ। ਸੋ ਪੰਜਾਬ ਦੇ ਹਾਲਾਤ ਮਾੜੇ ਨੇ, ਸ਼ਾਇਦ ਇਹੀ ਕਾਰਨ ਹੈ ਕਿ ਆ ਲੋਕ ਮਜਬੂਰਨ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ। ਬੀਤੇ ਦਿਨ ਸਾਡਾ ਇੱਕ ਹੋਰ ਪ੍ਰੋਗਰਾਮ ਚੱਲਦਾ, ਉਸ ਪ੍ਰੋਗਰਾਮ ਦੇ ਵਿੱਚ ਵੀ ਇੱਕ ਮੈਡਮ ਮਿਲੇ ਸੀ। ਉਹ ਕਹਿ ਰਹੇ ਸੀਗੇ ਕਿ ਮਜਬੂਰਨ ਭੇਜਣਾ ਪੈ ਰਿਹਾ ਸਾਨੂੰ ਆਪਣੇ ਬੱਚਿਆਂ ਨੂੰ ਬਾਹਰ। ਅਸੀਂ ਇਕੱਲੇ ਇੱਥੇ ਜਿਹੜਾ ਯਾਦ ਆਉਂਦੀ ਹੈ ਨਿਆਣਿਆਂ ਦੀ ਬਾਹਰ ਭੇਜ ਕੇ, ਪਰ ਅਸੀਂ ਉਹ ਵੀ ਕੀ ਕਰਨ, ਕਹਿੰਦੇ ਹਾਲਾਤ ਨਹੀਂ ਠੀਕ ਪੰਜਾਬ ਦੇ। ਓਬਵੀਅਸਲੀ ਵੀਰੇ ਬੰਦਾ ਜ਼ਮੀਨ ਵੇਚ ਕੇ ਭੇਜਦਾ ਜਵਾਕਾਂ ਨੂੰ, ਉੱਧਰ ਜਵਾਕ ਰੁਲਦੇ, ਇੱਧਰ ਮਾਂ ਪਿਓ ਰੁਲਦੇ ਆ। ਅਨਇੰਪਲੋਇਮੈਂਟ ਫਿਨਿਸ਼ ਹੋਊਗੀ, ਓਬਵੀਅਸਲੀ ਆਪਣੀ ਇੰਡੀਆ ਤਰੱਕੀ ਕਰੂਗਾ ਹੀ ਕਰੂਗਾ। ਲੋਕ ਟੈਕਸ ਕਾਹਤੇ ਨਹੀਂ ਭਰਦੇ? ਇਸੀ ਵਜ੍ਹਾ ਤੋਂ ਨਹੀਂ ਭਰਦੇ ਲੋਕੀ ਟੈਕਸ। ਜੇ ਟੈਕਸ ਨਹੀਂ, ਬਾਹਰਲੀ ਕੰਟਰੀ ਦਾ ਟੈਕਸ ਭਰਦੇ ਆ ਲੋਕ, ਉਹ ਟੈਕਸ ਰਿਟਰਨ ਹੋ ਕੇ ਉਹਨਾਂ ਨੂੰ ਮਿਲਦਾ ਓਬਵੀਅਸਲੀ। ਇੱਥੇ ਜੇ ਟੈਕਸ ਭਰਦੇ ਆ ਉਹ ਮੰਤਰੀ ਖਾ ਲੈਂਦੇ ਆਪੇ। ਮੰਤਰੀ ਵੀ ਖਾ ਲੈਂਦੇ, ਕਿਤੇ ਨਾ ਕਿਤੇ ਉਹ ਫ੍ਰੀ ਵਾਲੀ ਚੀਜ਼ ਵੀ ਜਿਹੜੀ ਆ ਉਹ ਵੀ ਮਾਰ ਦਿੰਦੀ ਹੈ। ਕਹਿੰਦੇ ਟੈਕਸ ਪੇਅਰਸ ਦਾ ਜਿਹੜਾ ਪੈਸਾ ਹੁੰਦਾ ਉਸ ਤੋਂ ਹੀ ਜਿਹੜਾ ਮੁਫਤ ਰਾਸ਼ਨ ਦਿੱਤਾ ਜਾਊਗਾ, ਮੁਫਤ ਤੁਹਾਨੂੰ ਬਿਜਲੀ ਦਿੱਤੀ ਜਾਊਗੀ। ਮੁਫਤ ਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਪੰਜਾਬੀ ਨੂੰ ਫਸਾਉਣ ਦੀ ਕੋਸ਼ਿਸ਼ ਹੈ। ਮੁਫਤ ਤਾਂ ਮਰਾਉਂਦਾ ਬਈ ਇਹਨਾਂ ਨੂੰ ਵੀਰ। ਜੇ ਮੇਨ ਗੱਲ ਹੈ ਮੁਫਤੀ ਚੀਜ਼ਾਂ ਮਰਾਉਂਦੀਆਂ ਲੋਕਾਂ ਨੂੰ। ਮੁਫਤ ਦੇ ਨਾਲੋਂ ਤਾਂ ਆਪਣਾ ਪੈਸਾ ਲਾ ਕੇ ਚੰਗਾ ਹੈ। ਜੇ ਆਪਾਂ ਪੈਸਾ ਲਾ ਕੇ ਆਪਾਂ ਉਹ ਚੀਜ਼ ਲੈਂਦੇ ਹਾਂ ਮੁਫਤ ਨਾਲੋਂ ਤਾਂ ਚੰਗਾ ਹੈ। ਐਟਲੀਸਟ ਆਪਾਂ ਨੂੰ ਸੰਤੁਸ਼ਟੀ ਤਾਂ ਮਿਲਦੀ ਅੰਦਰ ਕਿ ਹਾਂ ਅਸੀਂ ਆਹ ਚੀਜ਼ ਕਰਦੇ ਹਾਂ। ਬਾਈ ਜੀ ਤੁਹਾਡਾ ਕੀ ਨਾਮ ਹੈ ਜੀ? ਗੁਰਮੀਤ ਸਿੰਘ ਜੀ। ਗੁਰਮੀਤ ਜੀ, ਪਿੰਡ ਦੇ ਵਿੱਚ ਕੀ ਘਾਟ ਹੈ ਜੀ? ਦੇਖੋ ਪੰਜ ਸਾਹਿਬ ਖੜੇ ਨੇ, ਉਹਨਾਂ ਨੇ ਕਿਹਾ ਗਰੰਟੀ ਦੇ ਰਿਹਾ ਮੈਂ, ਕੋਈ ਕੰਮ ਹੋਵੇ ਮੈਂ ਪੂਰਾ ਕਰਾਊਂਗਾ, ਮੇਰੀ ਜ਼ਿੰਮੇਵਾਰੀ ਹੈ। ਪਿੰਡ 'ਚ ਕੋਈ ਘਾਟ ਨਹੀਂ ਹੈਗੀ ਜੀ। ਕੋਈ ਘਾਟ ਨਹੀਂ? ਨਹੀਂ, ਸਹੀ ਚੱਲੀ ਜਾਂਦਾ ਸਾਰਾ? ਸਹੀ ਚੱਲੀ ਜਾਂਦਾ। ਦੇਖ ਲਓ ਫਿਰ। ਨਾ ਠੀਕ ਹੈ ਜੀ। ਠੀਕ ਹੈ, ਠੀਕ ਹੈ। ਚਲੋ ਨੌਜਵਾਨ ਨੇ ਇੱਕ ਗੱਲ ਤਾਂ ਆਖੀ ਹੈ, ਕਹਿੰਦੇ ਉਹ ਪਾਣੀ ਜਿਹੜਾ ਗੰਦਾ ਉਹ ਪਈ ਜਾਂਦਾ ਖੇਤਾਂ ਦੇ ਵਿੱਚ, ਉਹ ਸਮੱਸਿਆ ਹੱਲ ਹੋ ਜੂਗੀ। ਉਹ ਸਾਈਡ ਦੇਖ ਕੇ ਦੇਖਾਂਗੇ, ਮੈਂ ਤਾਂ ਦੇਖਿਆ ਨਹੀਂ ਕਿਹੜੇ ਕਿੱਧਰ ਪੈਂਦਾ ਜੀ। ਕਿੱਥੇ ਹੋ ਰਿਹਾ ਜੀ ਬਾਈ? ਉਹੀ ਰਾਹ ਹੀ ਜਿਹੜਾ ਮੜੀਆਂ ਵਾਲਾ ਮੇਨ ਰਾਹ ਹੈ ਇੱਧਰ ਤੇ ਟੋਬੇ ਦੇ ਲਾਗੇ ਹੀ ਜਿਹੜਾ ਸ਼ਮਸ਼ਾਨ ਘਾਟ ਨੂੰ ਰਾਹ ਜਾਂਦਾ। ਉਹੀ ਹੈ ਕਿ ਉਹ ਟੱਪ ਕੇ ਪਾਣੀ ਤਾਂ ਕਹਿ ਤਾਂ ਉਹੀ ਕਹਿ ਰਹੇ ਹਨ ਜਿਹੜੇ ਮੈਂ ਕਿਹਾ ਵੀ ਹੋਊਗਾ ਉਹ ਤੁਹਾਡਾ, ਉਹ ਤਾਂ ਕਹਿਤਾ ਜੀ ਵੀ ਉਹ ਮਸਲਾ ਹੱਲ ਹੋਊਗਾ। ਸੀਵਰੇਜ ਪਾ ਕੇ ਮਤਲਬ ਬਾਹਰ ਹੋਣਾ ਚਾਹੀਦਾ ਪਾਣੀ। ਕਿਤੇ ਦਾ ਪਾਣੀ ਦਾ ਮਸਲਾ ਹੱਲ ਹੋ ਗਿਆ, ਰਾਹ ਦਾ ਮਸਲਾ ਹੱਲ ਹੋ ਜਾਊਗਾ ਜੀ। ਪੰਜ ਸਾਹਿਬ ਕਹਿੰਦੇ ਹੋ ਜਾਊਗਾ। ਸੋ ਉਹੀ ਗੱਲ ਆਪਾਂ ਜਿਹੜੇ ਪਹਿਲਾਂ ਕਰੀ ਹੈ ਜੀ, ਇਹ ਉਹੀ ਕਹਿ ਰਿਹਾ ਕਾਕਾ। ਉਹ ਸ਼ਮਸ਼ਾਨ ਵਾਲੀ ਰਾਹ ਦੀ ਉਹ ਜਦੋਂ ਉਹ ਮਸਲਾ ਹੱਲ ਹੋ ਜਾਣਾ, ਨਾਲਾ ਕੱਢ ਕੇ ਪਾਣੀ ਵਿਸਵਾਰ ਸਭ ਤੋਂ ਬੜੀ ਗੱਲ ਹੈ ਜੀ, ਰੁਜ਼ਗਾਰ ਚਾਹੀਦਾ ਬੰਦੇ ਨੂੰ। ਰੁਜ਼ਗਾਰ ਮਿਲ ਜਾਵੇ ਹਰੇਕ ਘਰ ਪ੍ਰਤੀ, ਹਰੇਕ ਨੌਜਵਾਨ ਮੁੰਡੇ ਨੂੰ, ਤਾਂ ਗਰੀਬੀ ਆਪੇ ਚੱਕ ਹੋ ਜਾਣੀ ਹੈ। ਜਦ ਰੁਜ਼ਗਾਰ ਹੀ ਨਹੀਂ ਮਿਲਦਾ, ਨਿਆਣੇ ਨਸ਼ਾ ਪਰ ਲੱਗੀ ਜਾਂਦੇ, ਵਾਧੂ ਫਾਲਤੂ ਹੋਏ, ਉਹ ਸਮਝ ਲਓ ਵਿਹਲੇ ਨਿਆਣੇ, ਫਿਰ ਉਹ ਕਿਆ ਕਰੂੰਗੇ? ਮਾਂ ਬਾਪ ਵੀ ਕਿਆ ਕਰ ਸਕਦਾ। ਠੀਕ ਹੈ ਜੀ, ਤੁਹਾਡੀ ਗੱਲ ਸਮਝੀ ਜਾ ਰਹੀ ਹੈ। ਸਰਦਾਰ ਸਾਹਿਬ ਤੁਹਾਡਾ ਕੀ ਨਾਮ ਹੈ? ਭਜਨ ਸਿੰਘ। ਭਜਨ ਜੀ, ਤੁਸੀਂ ਦੱਸ ਦਿਓ ਸਰਕਾਰਾਂ ਦੀ ਕਾਰਗੁਜ਼ਾਰੀ ਕੀ ਹੈ? ਪਿੰਡ ਦੇ ਵਿੱਚ ਕੰਮ ਹੋ ਰਹੇ ਨੇ, ਵਧੀਆ ਹੋ ਰਹੇ ਨੇ, ਇਹ ਕਹਿਣਾ ਲੋਕਾਂ ਦਾ। ਕੰਮ ਠੀਕ ਹੋ ਰਹੇ ਸਾਰੇ ਹੀ, ਕੋਈ ਉਹ ਔਖਾ ਨਹੀਂ ਕੰਮ। ਜਿੰਨੇ ਕੰਮ ਹੈ ਪੰਚਾਇਤ ਦੇ ਸਾਰੇ ਕਰ ਰਹੇ। ਕੋਈ ਕੰਮ ਰੁਕਿਆ ਹੋਵੇ? ਨਾ ਰੁਕਿਆ, ਬਸ ਇੱਕ ਹਾੜੀ ਪੱਟੀ ਰੁਕਿਆ ਬਸ ਹੋਈ। ਅੱਛਾ, ਉਹ ਜਿਹੜਾ ਕੰਮ ਸੀ। ਹਾਂ, ਹੋਰ ਸਾਰੇ ਕੋਈ ਚੱਲ ਰਹੇ, ਸਾਰਾ ਕੁਝ ਚੱਲੀ ਜਾਂਦਾ, ਕੋਈ ਦਿੱਕਤ ਨਹੀਂ। ਠੀਕ। ਮਾੜੀ ਮੋਟੀ ਦਾ ਘਾਟ ਹੋ ਜਾਂਦੀ ਹੈ, ਪਰ ਜਾਣੀ ਜੇ ਮਾੜੀ ਮੋਟੀ ਘਾਟ ਨੂੰ ਤਾਂ ਕੋਈ ਪਿੰਡ ਵਾਲੇ ਵੀ ਨਹੀਂ ਕਹਿੰਦੇ। ਜਿਹੜੀ ਘਾਟ ਨਿੱਗਰ ਹੁੰਦੀ ਹੈ ਉਸੇ ਨੂੰ ਗੱਲ ਕਹਿੰਦੇ। ਮਾੜੀ ਮੋਟੀ ਘਾਟ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਅਸੀਂ। ਬਸ ਆਹੀ ਘਾਟ ਸੀ ਜਿਹੜਾ ਰਸਤੇ ਵਾਲੇ ਸਾਨੂੰ ਦੱਸਦੇ ਜੀ। ਸਾਰੀ ਬੜੀ ਪ੍ਰੋਬਲਮ ਤੇ ਜੀ। ਪਾਣੀ ਦਾ ਤੁਸੀਂ ਮੈਨੂੰ ਲੱਗਦਾ ਹੌਲੀ ਹੌਲੀ ਬੋਲੋਗੇ ਖੁੱਲ ਕੇ। ਨਾ ਠੀਕ ਹੈ, ਸਾਡੇ ਪੰਚ ਨੇ ਹੀ ਦੱਸਤਾ ਤੁਹਾਨੂੰ ਸਭ ਕੁਝ ਸ਼ੁਰੂ। ਜੀ ਮੈਂ ਕਹਤਾ ਵੀ ਉਹ ਹੋਊਗਾ ਜੀ, ਹੋਊਗਾ। ਹਾਂਜੀ। ਅੱਛਾ, ਹੋਰ ਦੱਸੋ ਜੀ। ਦੇਖੋ ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ ਨਜ਼ਦੀਕ। ਹੁਣ ਹਰੇਕ ਜਿਹੜਾ ਪਾਰਟੀ ਵਾਲਾ ਜਿਹੜਾ ਸ਼ਖਸ ਹੈ,
ਜਾਂ ਫਿਰ ਇਹ ਕਹਿ ਲਈਏ ਕਿ ਕੋਈ ਵੀ ਸਿਆਸਤਦਾਨ ਆ ਪਿੰਡ ਦੇ ਵਿੱਚ ਵਿਚਰੂਗਾ, ਤੁਹਾਨੂੰ ਕਹੂਗਾ ਕਿ ਸਾਡੀ ਪਾਰਟੀ ਨੂੰ ਵੋਟ ਪਾਇਓ, ਕਿਹੜੇ ਆਧਾਰ ਤੇ ਵੋਟ ਪਾਊਗੀ ਜੀ ਇਸ ਵਾਰ, ਕਿਹੜੇ ਮੁੱਦੇ ਰਹਿਣਗੇ? ਤਾਂ ਵਿਕਾਸ ਦੇ ਆਧਾਰ ਤੇ ਹੀ ਪਊਗੀ ਜੀ ਵੋਟ ਤਾਂ। ਵਿਨਾਸ਼ ਦੇ ਆਧਾਰ ਤੇ ਤਾਂ ਪੈਣੀ ਨਹੀਂ। ਠੀਕ ਹੈ, ਵਿਕਾਸ ਦੇ ਆਧਾਰ ਤੇ ਮੁੱਦੇ ਕੀ ਰਹਿਣਗੇ ਜੀ ਇਸ ਵਾਰ? ਮੁੱਦੇ ਸਾਡੇ ਪਿੰਡ ਦਾ ਵਿਕਾਸ ਹੋਵੇ, ਠੀਕ ਹੈ, ਬੱਚਿਆਂ ਨੂੰ ਰੁਜ਼ਗਾਰ ਮਿਲੇ, ਠੀਕ ਹੈ ਨਾ। ਨਸ਼ਾ ਹਫ਼ਤੇ 'ਚ ਕਹਿਣ ਤਾਂ ਕੈਪਟਨ ਸਾਹਿਬ ਬੰਦ ਕਰ ਦੂੰਗਾ, ਉਹ ਬਹਿ ਗਿਆ ਮੁੱਛਾਂ ਚੜਾ ਕੇ ਦਿੱਲੀ ਕਰ ਲਓ ਨਸ਼ਾ ਬੰਦ। ਇੱਥੇ ਹੋਮ ਡਿਲੀਵਰੀ ਹੋਣ ਲੱਗ ਗਈ, ਜਾਣ ਦੀ ਲੋੜ ਨਹੀਂ ਸਾਈਡ ਤੇ। ਜ਼ਿੰਮੇਵਾਰ ਕੌਣ ਹੈ ਇਹਦਾ? ਇਹ ਸਰਕਾਰਾਂ ਜ਼ਿੰਮੇਵਾਰ ਆ, ਹੋਰ ਕੌਣ ਹੈ ਜੀ? ਇਹ ਲੀਡਰ ਸਾਡੇ। ਪੰਚਾਇਤਾਂ ਨਹੀਂ ਜ਼ਿੰਮੇਵਾਰ ਕਿ ਕਿਸ ਤਰ੍ਹਾਂ ਪਿੰਡਾਂ ਦੇ ਵੀ ਪੜ ਜਾਂਦਾ? ਕਿਹੜੀ ਪਾਵਰ ਹੈ ਵੀ ਕਿਹਨੂੰ ਫੜਾ ਦਈਏ? ਸਾਡੇ ਤਾਂ ਇੱਟਾਂ ਨੇ ਭਰ ਦੇਣਾ ਘਰ, ਅਗਲੇ ਨੇ ਦੱਸਤਾ ਵੀ ਉਹ ਬੰਦਾ ਆਹ ਕੰਮ ਕਰਦਾ, ਮੈਨੂੰ ਤਾਂ ਮਾਰ ਦੇਣਗੇ ਰਾਤ ਨੂੰ, ਮੇਰੇ ਕੋਲ ਕਿਹੜੀ ਸਿਕਿਉਰਿਟੀ ਆ? ਨਾਲੇ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਸਮਰੱਥ ਹੈ, ਕਹਿੰਦੇ ਬਿਲਕੁਲ ਸਮਰਥ ਹੈ, ਝੂਠ ਨਹੀਂ ਹੈ, ਪਰ ਨਾਲ ਨੁਕਸ ਵੀ ਹੈ। ਪਰ ਜਿਹੜੇ ਉੱਪਰਲੇ ਮਗਰਮੱਛ ਆ ਉਹ ਨਹੀਂ ਨਾ ਟਿਕਣ ਦਿੰਦੇ, ਪੁਲਿਸ ਵੀ ਵਿਚਾਰੀ ਕੀ ਕਰੂਗੀ? ਨੁਕਸ ਵੀ ਹੈ ਨਾਲ, ਇਹ ਸਹੀ ਹੈ। ਪੰਜਾਬ ਪੁਲਿਸ ਸਾਡੀ ਬਹੁਤ ਵਧੀਆ ਹੈ, ਵਿੱਚ ਕਈ ਵਿੱਚ ਇਹੋ ਜਿਹੇ ਤੱਤ ਹੈ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ। ਸਾਰਿਆਂ ਨੂੰ ਨਹੀਂ ਅਸੀਂ ਐਲੀਗੇਸ਼ਨ ਲਾ ਸਕਦੇ, ਵਿੱਚ ਹੈਗੇ। ਸੋ ਕਿਤੇ ਨਾ ਕਿਤੇ ਡਰ ਰਹਿੰਦਾ ਹੈ ਕਿ ਜੇਕਰ ਅਸੀਂ ਆਪਣੀ ਆਵਾਜ਼ ਬੁਲੰਦ ਕੀਤੀ ਕਿਤੇ ਸਾਡੇ ਮਗਰ ਨਾ ਪੈ। ਅਸੀਂ ਪਰਿਵਾਰ ਥੋੜ੍ਹਾ ਮਰਾਉਣਾ, ਜੇ ਸਾਨੂੰ ਕੋਈ ਸਿਕਿਉਰਿਟੀ ਨਹੀਂ, ਕੋਈ ਗੱਲ ਨਹੀਂ, ਨਾ ਸਾਡੇ ਕੋਲ ਪਾਵਰ ਹੈ। ਸਰਕਾਰਾਂ ਕੋਲ ਪਾਵਰ ਹੈ ਨਸ਼ਾ ਬੰਦ ਕਰਨ ਦੀ, ਉਹ ਕੋਲ ਖੜ ਕੇ ਬਕਾਉਂਦੇ ਅਗਲੇ ਆ ਜਾਓ। ਬਾਈ ਜੀ ਤੁਸੀਂ ਦੱਸੋ ਕਿਸ ਤਰ੍ਹਾਂ ਇਸ ਚੀਜ਼ ਨੂੰ ਨੱਥ ਪਾਈ ਜਾ ਸਕਦੀ ਹੈ? ਕਹਿੰਦੇ ਪਿੰਡਾਂ ਦੇ ਵਿੱਚ ਅੱਜ ਵੀ ਉਹੀ ਹਾਲ ਨੇ, ਨਸ਼ੇ ਨੂੰ ਲੈ ਕੇ, ਬੇਰੁਜ਼ਗਾਰੀ ਨੂੰ ਲੈ ਕੇ। ਤੁਸੀਂ ਨੌਜਵਾਨ ਹੋ, ਸੋਚ ਹੋਣੀ ਹੈ ਇੱਕ ਕਿ ਇਸ ਤਰ੍ਹਾਂ ਜਿਹੜਾ ਸਹੀ ਹੋ ਸਕਦਾ ਹੈ ਕੰਮ ਸਾਰਾ। ਮੇਨ ਹੈ ਵੀਰੇ, ਫਸਟ ਆਫ ਆਲ ਪਹਿਲਾਂ ਆਪਾਂ ਨੂੰ ਰੂਲ ਐਂਡ ਰੈਗੂਲੇਸ਼ਨ ਜਿਹੜੇ ਆਪਾਂ ਬਣਾਈਏ ਉਹਦੇ ਤੇ ਆਪਾਂ ਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ, ਚਾਹੇ ਉਹ ਛੋਟਾ ਹੈ, ਚਾਹੇ ਵੱਡਾ ਹੈ, ਚਾਹੇ ਕੋਈ ਵੀ ਹੈ, ਰਾਈਟ? ਚਾਹੇ ਉਹ ਗਵਰਨਮੈਂਟ ਇੰਪਲੋਏ ਹੈ, ਚਾਹੇ ਉਹ ਪ੍ਰਾਈਵੇਟ ਸੈਕਟਰ ਹੈ, ਜਿੱਦਾਂ ਮਰਜੀ। ਜੇ ਆਪਾਂ ਰੂਲ ਐਂਡ ਰੈਗੂਲੇਸ਼ਨ ਬਣਾਵਾਂਗੇ ਕੁਝ ਨਹੀਂ ਹੁੰਦਾ। ਆਪਾਂ ਪੂਰੀ ਪਿੰਡ ਦੀ ਪੰਚਾਇਤ ਨੂੰ ਆਪਾਂ ਪੂਰੀ ਕਹੀਏ ਕਿ ਤੁਹਾਨੂੰ ਪੂਰੀ ਅਥਾਰਟੀ ਆ ਕਿ ਤੁਸੀਂ ਜੇ ਕੋਈ ਬੰਦਾ ਤੁਹਾਡੇ ਪਿੰਡ 'ਚ ਕੋਈ ਨਸ਼ਾ ਵੇਚਦਾ ਜਾਂ ਕੋਈ ਲੱਗੇ ਲੈ ਕੇ ਆਉਂਦਾ, ਉਹਨੂੰ ਫੜੋ, ਪਿੰਡ ਦੀ ਪੰਚਾਇਤ ਤੇ ਲਿਆਓ, ਸਾਰੇ ਪਿੰਡ ਦੇ ਗੱਭੇ ਕੁੱਟੋ। ਕੋਈ ਕਿੱਦਾਂ ਵੜ ਜੂਗਾ ਬੰਦਾ, ਬਾਹਰਲੇ ਪਿੰਡ ਦਾ ਬੰਦਾ ਕਿ ਵੇਚ ਜੂਗਾ? ਇਹ ਤਾਂ ਹੁਣ ਤੁਸੀਂ ਵੀ ਸਹਿਮਤ ਹੋਵੋਗੇ ਇੱਥੇ। ਦੇਖੋ, ਕੁੱਟਮਾਰ ਕਰਨ ਤੋਂ ਇਲਾਵਾ ਵੀ ਹੋਰ ਰਾਹ ਹੋ ਸਕਦਾ ਹੈ ਕਿ ਅਸੀਂ ਪੁਲਿਸ ਦੇ ਹਵਾਲੇ ਕਰ ਦਈਏ ਉਹਨੂੰ, ਕਿ ਕੋਈ ਵਿਅਕਤੀ ਜੇਕਰ ਇੱਦਾਂ ਦਾ ਸ਼ਰਾਰਤੀ ਅਨਸਰ ਤੁਹਾਨੂੰ ਪਿੰਡ ਦੇ ਵਿੱਚ ਮਿਲਦਾ, ਉਸ ਨੂੰ ਫੜ ਲਿਆ ਜਾਵੇ, ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇ। ਹੁਣ ਵਿਸ਼ਵਾਸ ਨਹੀਂ ਰਿਹਾ ਕਿ ਮੇਨ ਗੱਲ ਵੀਰੇ ਇਹ ਹੈ ਕਿ ਪੁਲਿਸ ਖੁਦ ਉਹਨਾਂ ਤੋਂ ਲੈ ਲੈਂਦੀ ਹੈ, ਹਫ਼ਤਾ ਪੁਲਿਸ ਵੀ ਤਾਂ ਲੈਂਦੀ ਹੈ, ਕੌਣ ਨਹੀਂ ਲੈਂਦਾ ਵੀਰੇ? ਇਹ ਤਾਂ ਹੁਣ ਸਭ ਨੂੰ ਪਤਾ, ਪੜ੍ਹੇ ਲਿਖੇ ਹੋ ਗਏ, ਹੁਣ ਸਾਰੀ ਦੁਨੀਆ ਪੜ੍ਹੀ ਲਿਖੀ ਹੋ ਗਈ ਓਬਵੀਅਸਲੀ। ਜਿਨ੍ਹਾਂ ਦੇ ਘਰ 'ਚ ਬੱਚੇ ਪੜ੍ਹੇ ਲਿਖੇ, ਆਪਣੇ ਮਾਂ-ਬਾਪ ਨੂੰ ਸਾਰਾ ਕੁਝ ਦੱਸਦੇ ਆ, ਰਾਈਟ? ਕਿਉਂਕਿ ਪੁਲਿਸ ਖੁਦ ਪੈਸੇ ਲੈਂਦੀ ਉਹਨਾਂ ਤੋਂ ਨਸ਼ਾ ਵੇਚਣ ਨੂੰ, ਅੱਧੇ ਤਾਂ ਪੁਲਿਸ ਵਾਲੇ ਖੁਦ ਵੇਚਦੇ ਆ ਨਸ਼ਾ। ਹਾਂਜੀ, ਮੈਂ ਬੰਦਾ ਫੜਾਤਾ ਹਾਂ, ਠੀਕ ਹੈ, ਵੀ ਆਹ ਨਸ਼ਾ ਵੇਚਦਾ, ਉਹਦੇ ਕੋਲ ਤੇ ਮਿਲ ਵੀ ਗਿਆ, ਉਹਨੂੰ ਗੱਡੀ ਵਿੱਚ ਹੀ ਬਿਠਾ ਲਿਆ। ਇਹਨਾਂ ਦਾ ਸਬਦਾ ਤਾਂ ਅੱਡੇ ਪਰ ਹੋ ਜਾਣਾ, ਨਹੀਂ ਸਾਧੂ ਢਾਬੇ ਬੱਤੀਆਂ ਕੋ ਹੋ ਜਾਣਾ ਜਾ ਕੇ। ਬਦਨਾਮ ਕੌਣ ਹੋਊਗਾ? ਅਮਰਜੀਤ ਪੰਚ। ਅੱਛਾ, ਉਹੀ ਗੱਲ ਆ ਗਈ ਕਿਤੇ ਨਾ ਕਿਤੇ ਕਿ ਜਿਹੜੇ ਅੰਦਰ ਖਾਤੇ ਮਿਲੇ ਹੋਏ ਨੇ। ਹਾਂਜੀ, ਇਹ ਸੱਚਾਈ ਹੈ। ਇਹਨਾਂ ਦੀ ਮਿਲੀ ਭੁਗਤ ਨਾਲ ਨਾ ਕੋਈ ਗਲਤ ਕੰਮ ਹੋਵੇ, ਨਾ ਨਸ਼ਾ ਵਿਕੇ, ਕੁਝ ਵੀ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੇ ਕਾਨੂੰਨ ਦੇ ਰਖਵਾਲੇ ਹੀ ਨੇ ਉਹੀ ਵਿਨਾਸ਼ ਵੱਲ ਲੈ ਕੇ ਜਾ ਰਹੇ। ਰਕਸ਼ੇ ਪਕਸ਼ ਹੈ, ਰਕਸ਼ੇ ਪਕਸ਼, ਉਹਨਾਂ ਦੀ ਰਾਖੀ ਵੀ ਕਰਦੇ ਆ, ਉਹ ਉਹਨਾਂ ਨੂੰ ਛੱਡਣ ਵੀ ਜਾਂਦੇ ਆ। ਸਾ ਫਿਰ ਸੁਧਾਰ ਕਿਸ ਤਰ੍ਹਾਂ ਹੋਊਗਾ? ਦੇਖੋ ਹੁਣ ਤੱਕ ਤਾਂ ਮੇਰੀ 65 ਸਾਲ ਦੀ ਉਮਰ ਹੋ ਗਈ, ਹੋਇਆ ਨਹੀਂ, ਗਾਹਾਂ ਤਾਂ ਗਰੰਟੀ ਨਹੀਂ ਲੈ ਸਕਦੇ ਹੋਊਗਾ ਨਹੀਂ ਹੋਊਗਾ। ਇੰਡੀਆ ਦਾ ਹਾਲ ਆਹੀ ਰਹਿਣਾ। ਆ ਦੇਖੋ ਨੌਜਵਾਨ ਖੜਾ ਹੈ, ਕਹਿੰਦਾ ਮੈਂ ਪੰਜਾਬ ਪੁਲਿਸ ਦੀ ਭਰਤੀ ਵੀ ਦਿੱਤੀ ਆ, ਪੂਰਾ ਫਿਜ਼ੀਕਲ ਟੈਸਟ ਵੀ ਕਲੀਅਰ ਹੋ ਗਿਆ, ਕਹਿੰਦੇ ਪੇਪਰ ਵੀ ਕਲੀਅਰ ਹੋ ਗਏ, ਪਰ ਹੈਗਾ ਬੇਰੁਜ਼ਗਾਰੀ ਆ। ਮੈਂ ਕਾਰਨ ਕੀ? ਕਾਰਨ ਉਹ ਫੈਲ ਨੂੰ ਧੱਕਾ ਲਾਉਣਾ ਪੈਂਦਾ। ਉਹ ਧੱਕਾ ਕਿਸ ਤਰ੍ਹਾਂ ਲੱਗਦਾ? ਉਹ ਲਾ ਨਹੀਂ ਸਕਦੇ ਗਰੀਬ ਲੋਕ ਅਸੀਂ, ਉਹ ਧੱਕਾ ਲਾਉਣਾ ਪੈਂਦਾ ਉਹਨੂੰ ਗਾਹਾਂ ਤੱਕ। ਗਰੀਬ ਬੰਦਾ ਹੀ ਲਾ ਸਕਦਾ ਧੱਕਾ, ਪੈਸੇ ਭਾਲਦੇ ਸਾਰੇ। ਮੇਨ ਗੱਲ ਹੈ ਕਿ ਉੱਪਰਲੇ ਅਫਸਰ ਪੈਸੇ ਭਾਲ ਦੇਣਗੇ, ਸਾਨੂੰ ਪੈਸੇ ਦਿਓ, ਅਸੀਂ ਬੰਦਾ ਭਰਤੀ ਕਰੀਏ। ਜੇ ਗੁੰਜਾਇਸ਼ ਹੋਊਗੀ ਵੀ ਅਸੀਂ ਦੇ ਵੀ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈਗੀ, ਪੈਸਾ ਬੰਦਾ ਦੇ ਵੀ ਜਾਂਦਾ, ਬਟ ਅਸੀਂ ਦਈਏਗਾ ਤੇ ਅਸੀਂ ਆਪਣੀ ਮਿਹਨਤ ਦੇ ਨਾਲ ਜਾ ਰਹੇ ਹਾਂ। ਬਿਲਕੁਲ ਜੀ, ਤੁਸੀਂ ਬਿਲਕੁਲ ਜਦੋਂ ਰੂਲ ਐਂਡ ਰੈਗੂਲੇਸ਼ਨ ਦੇ ਨਾਲ ਤੁਸੀਂ ਪੇਪਰ ਦਿੱਤੇ ਨੇ, ਫਿਜ਼ੀਕਲ ਕਲੀਅਰ ਕੀਤਾ, ਉਸ ਤੋਂ ਬਾਅਦ ਵੀ ਤੁਸੀਂ ਜੇਕਰ ਭ੍ਰਿਸ਼ਟਾਚਾਰ ਜਿਹੜੇ ਕਰਦੇ ਨੇ ਅਫਸਰ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੈ ਤਾਂ ਗਲਤ ਗੱਲ ਹੋ ਜਾਂਦੀ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਹਾਲਾਤ ਬੜੇ ਮਾੜੇ ਨੇ। ਪੰਜ ਸਾਹਿਬ, ਹੋਰ ਜ਼ਹਿਨ ਦੇ ਵਿੱਚ ਕੀ ਗੱਲਾਂ ਆਉਂਦੀਆਂ ਨੇ ਜਦੋਂ ਸਰਕਾਰਾਂ ਦੀ ਗੱਲ ਚੱਲਦੀ ਹੈ, ਜਦੋਂ ਸਿਆਸਤਦਾਨਾਂ ਦੀ ਗੱਲ ਚੱਲਦੀ ਹੈ, ਜਦੋਂ ਚੋਣਾਂ ਦੀ ਗੱਲ ਚੱਲਦੀ ਹੈ? ਹੋਰ ਕੀ ਲੱਗਦਾ ਕਿ ਬਸ ਪੰਜਾਬ ਇੱਥੋਂ ਤੱਕ ਹੀ ਹੈ? ਜਦੋਂ ਪੁਰਾਣੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਸੋਨੇ ਦੀ ਚਿੜੀ ਪੰਜਾਬ ਨੂੰ, ਕਿ ਦੁਬਾਰਾ ਬਣ ਜੂਗੀ ਸੋਨੇ ਦੀ ਚਿੜੀ? ਇਹ ਤਾਂ ਹੁਣ ਲੋਹੇ ਦੀ ਵੀ ਨਹੀਂ ਰਹੀ। ਇਹਨਾਂ ਦਾ ਕਾਹੇ ਤੁਸੀਂ ਵੀ ਸਿਆਣੇ ਆ ਕਿ ਨਹੀਂ ਰਹਿਣਾ ਹੈ, ਸੋਨਾ ਦਾ ਖਤਮ ਹੀ ਹੋ ਗਿਆ।
ਇੱਧਰ ਪਿੱਤਲ ਵੀ ਨਹੀਂ ਦੇਣਾ ਹੈਗਾ ਇਹਨੇ। ਜਿਹੜੇ ਹਾਲਾਤ ਚੱਲਦੇ ਆ ਹੁਣ ਇਹਨਾਂ ਦੇ, ਖਤਮ ਹੋ ਗਿਆ ਪੰਜਾਬ, ਖਤਮ ਕਰ ਦੇਣਾ ਲੋਕਾਂ ਨੇ। ਰਾਜਨੀਤਿਕ ਲੋਕਾਂ ਨੇ ਖਤਮ ਕਰਿਆ ਪੰਜਾਬ, ਕਿਸੇ ਨੇ ਨਹੀਂ ਕਰਿਆ। ਲੀਡਰਾਂ ਨੇ ਕਰਿਆ ਜੀ। ਬਾਈ ਜੀ ਇੱਧਰ ਆਇਓ 2 ਮਿੰਟ, ਤੁਸੀਂ ਤੁਹਾਡੇ ਨਾਲ ਵੀ ਗੱਲਬਾਤ ਕਰ ਲਈਏ। ਆਜੋ 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 ਤੁਸੀਂ ਆਜੋ। ਬਾਈ ਜੀ ਕੀ ਨਾਮ ਆਪਣਾ? ਹਰਿੰਦਰ ਸਿੰਘ। ਹਰਿੰਦਰ, ਤੁਸੀਂ ਵੀ ਨੌਜਵਾਨ ਹੋ ਇੱਕ, ਤੁਸੀਂ ਦੱਸੋ ਕਿ ਪਿੰਡ ਦਾ ਵਿਕਾਸ ਕਿਸ ਨਜ਼ਰੀਏ ਨਾਲ ਵੇਖਣਾ ਚਾਹੀਦਾ? ਸਿਰਫ ਗਲੀਆਂ ਨਾਲੀਆਂ ਤੱਕ ਸੀਮਤ ਆ ਵਿਕਾਸ? ਨਹੀਂ ਜੀ ਨਹੀਂ, ਗਲੀਆਂ ਨਾਲੀਆਂ ਦਾ ਇਹ ਤਾਂ ਇਹੀ ਲੜਾਈ ਹੈ ਜੀ ਸਾਰੀ। ਗਲੀਆਂ ਬਣਾ ਲਓ, ਨਾਲੀਆਂ, ਹੋਰ ਤਾਂ ਕੋਈ ਕੰਮੇ ਨਹੀਂ ਹੁੰਦਾ ਜੀ। ਸਰਕਾਰ ਵੀ ਇਦਾਂ ਹੀ ਕਰਦੀ ਆਉਂਦੀ ਹੈ। ਜਦੋਂ ਇਹ 4.5 ਸਾਲ ਤਾਂ ਪੁੱਛਦੇ ਨਹੀਂ ਜੀ। ਜਾਂ ਵੋਟਾਂ ਆਉਣ ਲੱਗਦੀਆਂ ਜਾਂ ਮੰਤਰੀ ਵੀ ਪਿੰਡਾਂ 'ਚ ਫਿਰਦੇ ਆ, ਸਾਰੇ MLA ਵੀ ਆਉਂਦੇ ਆ, ਫਿਰ ਇੱਟਾਂ ਰੋੜੇ ਵੀ ਆਉਣ ਲੱਗ ਜਾਂਦੇ, ਨਹੀਂ ਲਾ ਲਓ, ਗਲੀਆਂ ਬਣਾ ਲਓ। ਕੁਝ ਵੀ ਨਹੀਂ ਹੁੰਦਾ। ਪਹਿਲਾਂ 4.5 ਸਾਲ ਕਿੱਥੇ ਰਹਿੰਦੇ ਇਹ? ਉਹੀ ਗੱਲ ਹੈ ਕਿ ਚੋਣਾਂ ਨੇੜੇ ਆਉਂਦੇ ਹੀ ਸਾਰੇ ਐਕਟਿਵ ਹੋ ਜਾਂਦੇ ਨੇ ਕਿ ਚਲੋ ਹੁਣ ਵੋਟਾਂ ਮੰਗਣ ਦਾ ਸਮਾਂ ਆ ਗਿਆ, ਚਲੋ ਵੋਟਾਂ ਮੰਗਣ ਚੱਲੀਏ। ਇਹੀ ਕਹਿ ਰਹੇ ਹੋ? ਹਾਂਜੀ ਇਹੀ ਗੱਲ ਹੈ ਜੀ। 4.5 ਪੌਣੇ 5 ਸਾਲ ਕੋਈ ਨਹੀਂ ਪੁੱਛਦਾ ਕਿਸੇ ਨੂੰ ਵੀ ਕਿੱਥੇ ਆ ਤੂੰ, ਕੀ ਖਾਨਾ, ਕਿਆ ਕਰਦਾ ਜਾਂ ਨਹੀਂ। ਜਿੱਦਣ ਟਾਈਮ ਆਉਂਦਾ ਵੋਟਾਂ ਦਾ, ਉਦੋਂ ਸਾਰੇ ਹੀ ਆ ਕੇ ਹਾਂਜੀ ਸਾਨੂੰ ਵੋਟ ਪਾਇਓ, ਅਸੀਂ ਆਹ ਕਰੂੰਗੇ ਉਹ ਕਰੂੰਗੇ। ਤੁਹਾਡੀ ਪੈਸੇ ਜਿਹੜੇ ਤੁਸੀਂ ਜਮ੍ਹਾਂ ਕਰਾਉਂਦੇ ਹੋ ਟੈਕਸ ਦੇ ਰੂਪ ਦੇ ਵਿੱਚ, ਉਸ ਨੂੰ ਹੀ ਕਹਿ ਦਿੰਦੇ ਆ ਕਿ ਫ੍ਰੀ ਦੇ ਵਿੱਚ ਦਿੱਤਾ ਜਾਊਗਾ। 1000 ਰੁਪਏ ਪ੍ਰਤੀ ਮਹੀਨਾ, 2000 ਪ੍ਰਤੀ ਮਹੀਨਾ, 8 ਸਿਲੰਡਰ ਸਾਲ ਦੇ। ਹੁਣ PPCC ਪ੍ਰਧਾਨ ਬੀਤੇ ਦਿਨ ਐਲਾਨ ਕਰਕੇ ਹਟੇ ਨੇ ਨਵਜੋਤ ਸਿੰਘ ਸਿੱਧੂ, ਕਹਿੰਦੇ ਨੇ ਕਿ 8 ਸਿਲੰਡਰ ਸਾਲ ਦੇ ਮਿਲਣਗੇ ਮਹਿਲਾਵਾਂ ਨੂੰ, ਨਾਲ 2000 ਰੁਪਇਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲ ਵਿੱਚ ਜਿਹੜੀਆਂ ਬੱਚੀਆਂ ਪੜ੍ਹ ਰਹੀਆਂ ਨੇ ਉਹਨਾਂ ਲਈ ਐਲਾਨ ਕੀਤਾ ਗਿਆ। ਕਹਿੰਦੇ ਜਿਹੜੀਆਂ ਬੱਚੀਆਂ ਕਾਲਜ ਜਾਣ ਲੱਗਣਗੀਆਂ ਉਹਨਾਂ ਨੂੰ ਸਕੂਟੀਆਂ ਦਿੱਤੀਆਂ ਜਾਣਗੀਆਂ। ਪਹਿਲਾਂ ਕੈਪਟਨ ਨੇ ਵੀ ਫੋਨ ਦਿੱਤੇ ਪਏ ਜੀ, ਅਸੀਂ ਉਹਨਾਂ ਤੇ ਗੇਮਾਂ ਖੇਡਦੇ। ਹੈਗੇ ਤੁਹਾਡੇ ਕੋਲ ਫੋਨ? ਸਾਈ ਨਹੀਂ ਕਿਸੇ ਨੂੰ। ਉਹ ਕਿੱਥੋਂ? ਨਾ ਜੀ। ਨਾਲੇ ਕਹਿੰਦੇ ਸੀ ਕਿ ਫੋਨ ਦੇਣੇ ਹੈਗੇ ਆ। ਨਾ ਉਦਾਂ ਹੀ ਸਕੂਟਰੀਆਂ ਆਉਣੀਆਂ ਜੀ, ਉਦਾਂ ਹੀ ਆ ਜਾਣੀਆਂ ਜੀ। ਜਿਹੜੇ ਕਹਿੰਦੇ ਆ ਜੀ ਵੀ ਅਸੀਂ 8 ਸਿਲੰਡਰ ਫ੍ਰੀ ਦੇਵਾਂਗੇ, ਸਿਲੰਡਰ ਫ੍ਰੀ ਦੇਣ ਦੀ ਬਜਾਏ ਉਹ ਸਿਲੰਡਰ ਦਾ ਰੇਟ ਹੀ ਘਟਾ ਦਿਓ। ਅੱਧਾ ਕਰ ਦੇਣ, ਫ੍ਰੀ ਦੇਣ ਦੀ ਤਾਂ ਕੋਈ ਲੋੜ ਹੀ ਨਹੀਂ ਸਾਨੂੰ। ਦੇਖੋ ਹੈ ਬਸ ਸਾਨੂੰ ਅੱਧ ਦਿੱਤੇ ਪੈਸੇ ਕਰ ਜੀ। 800 ਨੂੰ ਸਿਲੰਡਰ ਆ, 400 ਨੂੰ ਦੇਣ ਸਾਨੂੰ। ਬਾਬਾ ਜੀ ਤੁਸੀਂ ਆ ਜਾਓ ਅੱਗੇ, ਤੁਸੀਂ ਕਹਿ ਰਹੇ ਸੀ ਕੁਝ, ਕੀ ਨਾਮ ਆਪਣਾ? ਭੁਪਿੰਦਰ ਸਿੰਘ ਜੀ। ਭੁਪਿੰਦਰ ਜੀ ਤੁਸੀਂ ਦੱਸੋ, ਫੋਨ ਮਿਲ ਗਏ ਕੈਪਟਨ ਵਾਲੇ? ਹਾਂਜੀ ਹਾਂਜੀ, ਉਹ ਫੈਕਟਰੀ ਫੇਲ ਹੋ ਗਈ ਜੀ ਮਿਲਣੇ ਤੇ ਜੀ। ਹਾਂਜੀ ਉਹ ਬੰਦ ਹੋ ਗਈ ਜੀ। ਬੰਦ ਹੋ ਗਈ। ਨਵਜੋਤ ਸਿੱਧੂ ਵਾਲੀਆਂ ਸਕੂਟੀਆਂ ਮਿਲ ਜਾਣਗੀਆਂ? ਉਹ ਵੀ ਬੰਦ ਹੈ ਜੀ ਹਾਲੇ ਫੈਕਟਰੀ। ਨਾ ਆ ਰਹੀਆਂ ਜਾਂ ਪਿੱਛੇ? ਹਾਂਜੀ ਉਹ 2-2000 ਰੁਪਇਆ ਦੇ ਰਿਹਾ ਜੀ। ਸਮੁੰਦਰ ਮਾ ਖੜੀਆਂ। ਹਾਂਜੀ ਹਾਂਜੀ। ਕਹਿੰਦੇ ਨਾਲੇ ਖਜ਼ਾਨਾ ਖਾਲੀ ਹੈ, ਫਿਰ ਪੈਸੇ ਕਿੱਧਰੋਂ ਆਣਗੇ? ਖਜ਼ਾਨਾ ਕਿੱਦਾਂ ਭਰੂ? ਖਜ਼ਾਨਾ ਤਾਂ ਭਰ ਜਾਂਦਾ ਜੀ ਜੇ ਲੋਟਬੰਦੀ ਨਾਲ ਚੱਲਣਾ। ਇਹ ਤਾਂ ਆਪੇ ਖਾਣ ਵਾਲੇ ਆ ਜੀ। ਹਾਂਜੀ ਆਪ ਖਾਣਾ ਆਏ ਆ। ਹੁਣ ਆ ਸਾਡੇ ਪਿੰਡ ਦਾ ਹਾਲ ਦੇਖ ਲਓ। ਟੋਬੇ ਨੂੰ ਜਾ ਕੇ ਮੜੀ ਫੋਟੋ ਮਾਰਿਓ, ਮੜੀ ਵੀ ਕਿਆ ਹਾਲ ਹੈ। ਲਾ ਕੇ ਖੇਤਾਂ ਦੇ ਵਿੱਚ ਪਾਣੀ ਪੈਂਦਾ ਹੈ ਜੀ, ਕੋਈ ਨਹੀਂ ਦੇਖਦਾ। ਹੁਣ ਆ 4.5 ਸਾਲ ਲੰਘ ਗਏ, 6 ਮਹੀਨੇ ਵਿੱਚ ਸਾਡੇ ਕੋਲ ਵੋਟਾਂ ਨੇ ਭੱਜੇ ਫਿਰਦੇ ਆ ਹੈ ਜੀ। ਪੰਚ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੈ ਹੁਣ। ਕਿੰਨਾ ਮੈਨੂੰ ਪਹਿਲਾਂ ਆਹ ਦੱਸੋ ਕਿੰਨਾ ਸਮਾਂ ਹੋ ਗਿਆ ਉਹ ਜਿਹੜਾ ਕੰਮ ਰੁਕਿਆ ਹੋਇਆ? ਉਹ ਤਾਂ ਹੋ ਗਈ 40 ਸਾਲ, 30-40 ਸਾਲ ਹੋ ਗਏ। ਪੰਚ ਸਾਹਿਬ ਇਹ ਤਾਂ ਕਮੀ ਹੈਗੀ ਹੈ। ਕਮੀ ਤਾਂ ਹੈਗੀ, ਸਾਨੂੰ ਗ੍ਰਾਂਟ ਹੀ ਹੁਣ ਮਿਲੀ ਹੈ ਜੇ 6 ਮਹੀਨੇ ਵੀ ਨਹੀਂ ਹੋਏ। ਉਹ ਤਾਂ ਹੀ ਕਿਤੇ ਲਾਉਂਗੇ ਸੀ ਜੀ। ਕਿਆ ਕਹਿੰਦੇ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੂੰਹੋਂ ਕਹਿਣ ਦਾ ਕਿਆ ਫਾਇਦਾ ਜਦ ਸਾਡੇ ਕੋਲ ਜੇ ਹੈਗਾ ਬਜਟ। ਇਹਨਾਂ ਦਾ ਸਹਿਯੋਗ ਦੀ ਵੀ ਲੋੜ ਸਾਨੂੰ ਪੈਣੀ, ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਕਿਆ ਕਹਿੰਦੇ ਕਿੰਨਾ ਕੁ ਸਮਾਂ ਚਾਹੀਦਾ ਕਿ ਹੁਣ ਇੰਨਾ ਸਮਾਂ ਮੰਗ ਰਹੇ ਹੋ ਤੁਸੀਂ ਕਿ ਪੂਰਾ ਹੋ ਜੂ ਕੰਮ? ਅਸੀਂ 3-4 ਜਗ੍ਹਾ ਕੰਮ ਲਾਇਆ ਹੋਇਆ ਜੀ। ਉਹ ਤੋਂ ਬਾਅਦ ਇੱਧਰ ਤੋਂ ਸ਼ੁਰੂ ਕਰਕੇ ਸਿਰਾ ਉੱਧਰ ਨੂੰ ਕਰ ਦੇਣਾ ਜੀ। ਹਾਂਜੀ ਬਿਲਕੁਲ ਕੈਮਰੇ ਦੀ ਨਿਗਾਹ ਦੇ ਵਿੱਚ ਕੈਦ ਹੋ ਰਹੇ ਹੋ? ਬਿਲਕੁਲ ਬੋਲ ਰਹੇ ਹਾਂ ਜੀ। ਮੈਂ ਨਿਕਲਣਾ ਅੰਦਰ ਆਪਣੇ ਆਪ ਨੂੰ ਕੈਦ ਕਰ ਲੂੰਗਾ ਅਗਰ ਇਹਦਾ ਨਾ ਕੰਮ ਹੋਇਆ। ਪੱਕੀ ਗੱਲ ਹੈ, ਦੇਖ ਲਓ। ਹਾਂਜੀ ਠੀਕ ਹੈ ਜੀ, ਫਿਰ ਜੇ ਜ਼ਿੰਮੇਵਾਰੀ ਲੈਣੇ ਕਰ ਦੇਣ। ਠੀਕ ਹੈ ਜੀ। ਹਾਂ ਤੇ ਕੈਪਟਨ ਵਾਲੇ ਮੋਬਾਈਲ ਫੋਨ ਵਰਗਾ ਨਾ ਬਸ ਕਿਆ ਪਤਾ ਜੀ ਆ ਜੇ ਤਾਂ। ਹੁਣ ਅਸੀਂ ਪਿੰਡ ਦੇ ਨੂੰ ਟੋਕੀ ਵੀ ਜਾਊਂਗੇ। ਕੈਪਟਨ ਸਾਹਿਬ ਨੂੰ ਤਾਂ ਮੁੱਛਾਂ ਚੜਾ ਕੇ ਦਿੱਲੀ ਜਾ ਵੜਿਆ ਜੀ ਹੈ ਜੀ। ਉਹ 4.5 ਸਾਲ ਜਾ ਬਾਹਰ ਦਿੱਲੀ ਜਾ ਵੜਿਆ ਮੁੱਛਾਂ ਚੜਾ ਕੇ ਏਡੀਆਂ ਹੈ। ਮੁੜਕਾ ਹੁਣ ਦੂਏ ਪਾਰਟੀ ਚ ਰਲ ਗਿਆ। ਇਹਨਾਂ ਦਾ ਕਿਆ ਟਿਕਾਣਾ? ਵਿੱਚ ਚੰਨੀ ਦਾ ਨਹੀਂ ਹੈਗਾ। ਚੰਨੀ ਨੇ 36000 ਮੁਲਾਜ਼ਮ ਪੱਕਾ ਕਰਤਾ, ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੈਗਾ। ਲਿਆਓ ਮੇਰੇ ਸਾਹਮਣੇ ਕਰੋ। ਨਹੀਂ ਉਹ ਤਾਂ ਕਹਿੰਦੇ ਕਰ ਦਿੱਤਾ। ਦੇਖੋ ਬੋਰਡ ਲੱਗੇ ਹੋਏ। ਬੋਰਡਾਂ ਪਰ ਬੋਰਡਾਂ ਪਰ ਬੜੇ ਬੋਰਡ ਲਾਏ ਹੋਏ ਆ। ਹਾਂਜੀ ਇਹਨਾਂ ਮੈਨੂੰ ਪੈਸਾ ਖਰਚ ਕਰਦੇ, ਲੋਕਾਂ ਦੀ ਭਲਾਈ ਖਤਰੇ ਕਰ ਦੋ ਖਰਚ। ਕਿਆ ਮਤਲਬ ਹੈ ਇਹ ਕੰਮ ਦਾ? ਕੰਮ ਸਾਡੇ ਪਿੰਡ 'ਚ ਮੈਕਸਿਮਮ 5 ਜਾਂ 6 ਬੰਦਿਆਂ ਨੂੰ ਗਵਰਨਮੈਂਟ ਜੌਬ ਹੋਣੀ ਇਸ ਟਾਈਮ। ਜਿਹੜੇ ਨਵੇਂ ਮੁੰਡੇ ਉਹ ਵੀ ਮੈਕਸਿਮਮ ਹੋਊਗੀ 5 ਜਾਂ 6।
ਬਾਕੀ ਸਾਰੇ ਇੱਥੇ ਹੀ ਫਿਰਦੇ ਆ। ਮੈਕਸਿਮਮ ਮੈਕਸਿਮਮ 5 ਜਾਂ 6 ਬੰਦੇ ਹੋਣਗੇ ਜਿਨ੍ਹਾਂ ਕੋਲ ਗਵਰਨਮੈਂਟ। ਵੇਖਿਆ ਜਦੋਂ ਮੈਂ ਆਇਆ ਸੱਥ ਦੇ ਵਿੱਚ ਤੁਸੀਂ ਬਜ਼ੁਰਗਾਂ ਨਾਲ ਬੈਠੇ ਸੀਗੇ, ਗੱਲਬਾਤ ਕਰ ਰਹੇ ਸੀ, ਮੈਂ ਦੇਖ ਕੇ ਥੋੜਾ ਹੈਰਾਨੀ ਵੀ ਹੋਈ ਕਿ ਨੌਜਵਾਨ ਵੀਰ ਹੈ। ਮੈਂ ਤਾਂ ਕਰਕੇ ਗੱਲ ਕਰ ਰਿਹਾ ਹੈ ਕਿਉਂਕਿ ਨੌਜਵਾਨੀ ਹੈ ਜਿਹੜੀ ਉਹ ਬੇਰੁਜ਼ਗਾਰ ਤੁਰੀ ਫਿਰਦੀ ਹੈ। ਕਿਤੇ ਨਾ ਕਿਤੇ ਦੁੱਖ ਵੀ ਹੁੰਦਾ ਹੈ, ਦਿਲ ਨੂੰ ਦੁੱਖ ਵੀ ਲੱਗਦਾ ਹੈ ਕਿ ਨੌਜਵਾਨ ਵੀਰ ਆ, ਸੋਹਣਾ ਸੁਨੱਖਾ ਮੁੰਡਾ ਬੈਠਾ ਤੇ ਬੇਰੁਜ਼ਗਾਰ ਹੋਵੇ। ਦੋਸ਼ੀ ਕੌਣ ਹੈ ਜੀ? ਗਵਰਨਮੈਂਟ ਹੈ ਵੀਰੇ, ਮੇਨ ਗਵਰਨਮੈਂਟ ਹੈ। ਹੁਣ ਅਸੀਂ ਪ੍ਰਾਈਵੇਟ ਸੈਕਟਰ ਜੌਬ ਕਰਦਾ ਮੈਂ, ਮੇਰਾ ਯਾਨੀ ਕਿ ਜਿਹੜਾ ਮੈਂ ਕੰਮ ਕਰਦਾ ਮੈਂ US ਕੰਪਨੀ 'ਚ ਕੰਮ ਕਰਦਾ, ਵਰਕ ਫਰੋਮ ਹੋਮ ਹੈ ਮੇਰਾ ਪਰਮਾਨੈਂਟਲੀ, ਨਾਈਟ ਸ਼ਿਫਟ ਆ। ਹੁਣ ਮੈਂ ਦਿਨ 'ਚ ਆਪਣਾ 2 ਘੜੀ ਆ ਕੇ ਬਜ਼ੁਰਗਾਂ ਨਾਲ ਬਹਿ ਕੇ ਖੇਡਦੀ ਲੈ, ਮਨ ਹੋ ਰਿਹਾ ਜਾਂਦਾ, ਇਹਨਾਂ ਦਾ ਵੀ ਹੋ ਜਾਂਦਾ ਕਿ ਹਾਂ ਸਾਡੇ ਨਾਲ ਕੋਈ ਜਵਾਨ ਆ ਕੇ ਬਹਿ ਕੇ ਖੇਡਦੇ ਆ। ਸੋ ਦੇਖੋ ਜੀ, ਗੱਲ ਚੱਲ ਰਹੀ ਹੈ ਵਿਕਾਸ ਦੀ, ਗੱਲ ਚੱਲ ਰਹੀ ਹੈ ਪੰਜਾਬ ਦੇ ਵਿਕਾਸ ਦੀ, ਗੱਲ ਚੱਲ ਰਹੀ ਹੈ ਪਿੰਡਾਂ ਦੇ ਵਿਕਾਸ ਦੀ, ਗੱਲ ਚੱਲ ਰਹੀ ਹੈ ਧਨੌਰੀ ਦੇ ਵਿਕਾਸ ਦੀ। ਸੋ ਇਸ ਪਿੰਡ ਦਾ ਵਿਕਾਸ ਦੀ ਗੱਲ ਕਰ ਲਈਏ ਪਹਿਲਾਂ ਤਾਂ। ਪਿੰਡ ਦੇ ਵਿੱਚ ਦੇਖੋ ਘਾਟ ਤਾਂ ਹੈਗੀ ਆ, ਦੇਖੋ ਘਾਟ ਤਾਂ ਹਰੇਕ ਪਿੰਡ 'ਚ ਹੁੰਦੀ ਹੈ। ਉਹ ਰਹਿਣੀਆਂ ਵੀ ਆ, ਉਹ ਪੂਰੀਆਂ ਹੁੰਦੀਆਂ ਵੀ ਰਹਿੰਦੀਆਂ, ਫਿਰ ਵੀ ਨਵੀਂ ਘਾਟ ਸ਼ੁਰੂ ਹੋਰ ਹੋ ਜਾਂਦੀ ਹੈ। 100% ਦਾ ਕਿਤੇ ਕਲੀਅਰ ਨਹੀਂ ਜੀ ਹੁੰਦਾ ਹੈਗਾ, 100% ਨਹੀਂ ਕਿਤੇ ਕਲੀਅਰ ਹੁੰਦਾ, ਮਾੜਾ ਮੋਟਾ ਚੱਲ। ਦਾ ਕੋਈ ਕਹਿੰਦਾ ਵੀ ਨਹੀਂ ਹੁੰਦਾ। ਹਾਂਜੀ ਮਾੜੀ ਮੋਟੀ ਆ ਤਾਂ ਬਿਲਕੁਲ ਅੱਧ ਤੇ ਵੀ ਜ਼ਿਆਦਾ ਪਿਆ ਸਾਡੇ ਪਿੰਡ ਦਾ, ਤਾਂ ਜ਼ੀਰੋ ਪਰ ਹੈ, ਜੀਰੇ ਬੈਲੈਂਸ ਤੱਕ ਆ ਜੇ ਸਾਡੇ ਪਿੰਡ ਦਾ ਪਾਣੀ। ਸਾਹਿਬ ਨੇ ਅੱਜ ਗਾਰੰਟੀ ਲਈ ਹੈ, ਕਹਿੰਦੇ ਕਰਾਂਗੇ। ਨਹੀਂ ਉਹ ਕਰਾਂਗੇ ਜੀ, ਉਹ ਮਸਲਾ ਨੋਟਿਸ। ਠੀਕ ਹੈ, ਸਾਡੇ ਪਿੰਡ ਦੇ ਬੰਦੇ ਜੇ ਕੈਪਟਨ ਹੁੰਦਾ ਫਿਰ ਅਸੀਂ ਘੇਰ ਵੀ ਲੈਂਦੇ। ਹੁਣ ਇਹ ਪਿੰਡ ਦਾ ਬੰਦਾ ਹੈ ਜੀ। ਹਾਂਜੀ, ਕੈਪਟਨ ਦਾ 4.5 ਸਾਲ ਬਾਅਦ ਦਿੱਲੀ ਛਾਲ ਮਾਰ ਗਿਆ। ਕੈਪਟਨ ਆ ਜਾਵੇ ਫੇਰ ਕੀ ਕਰੋਗੇ? ਲਿਆ ਉਹਨੂੰ ਵੀ ਰੋਕ ਲਾਂਗੇ, ਕਾਲੇ ਝੰਡੇ ਦਿਖਾਓ, ਕਾਲੇ ਝੰਡੇ ਦਿਖਾਉਂਗੇ ਜਿਕਣਾ ਕੱਲ ਮੋਦੀ ਮੋੜਿਆ ਜੀ। ਮੁੰਡਿਆ ਖਾਲੀ ਇੱਕ ਨੂੰ ਮੋੜੂ। ਦੇਖ ਠੀਕ ਹੈ ਜੀ। ਚਲੋ ਤੁਸੀਂ ਸ਼ੁਕਰ ਮਨਾਓ, ਤੁਸੀਂ ਕੈਪਟਨ ਨਹੀਂ ਹੈਗੇ। ਨਹੀਂ ਉਹ ਮੈਂ ਕਿਹੜੇ ਗੁਟਕਾ ਚੱਕਿਆ ਨਾਲੇ ਜੀ, ਉਹ ਤਾਂ ਗੁਟਕਾ ਵੀ ਚੱਕ ਲੈਂਦੇ ਆ। ਝੂਠੀ ਸਹੁੰ ਹੈ ਜੀ, ਗੁਟਕੇ ਵਾਲੀ ਤਾਂ ਸੱਚੀ ਮੰਨ ਕੇ ਮਤਲਬ ਲੋਕਾਂ ਨੇ ਵਿਸ਼ਵਾਸ। ਦੇਖੋ ਗੁਟਕਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਮਤਲਬ ਉਹਦੇ ਅਸੀਂ ਮਤਲਬ ਸਿੱਖ ਧਰਮ ਕੋਈ ਵੀ ਤੁਸੀਂ ਵੀ ਵਿੱਚ ਆ ਗਏ, ਸਾਰੇ ਵਿਸ਼ਵਾਸ ਕਰਦੇ ਵੀ ਇਹਨਾਂ ਚਾਹੇ ਤੁਸੀਂ ਲੱਖਾਂ ਦੀ ਸਹੁੰ ਚੱਕ ਲਓ, ਤੁਹਾਡਾ ਅਸੀਂ ਵਿਸ਼ਵਾਸ ਕਰੂੰਗੇ, ਚਾਹੇ ਤੁਹਾਡੇ ਕੋਲ ਜ਼ੀਰੋ ਵੀ ਨਹੀਂ ਹੈਗਾ। ਮਤਲਬ ਉਹਦੇ ਜਦ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੱਕ ਲਈ, ਅਸੀਂ ਵਿਸ਼ਵਾਸ ਕਰਨਾ ਪੈਣਾ। ਸਿੱਖ ਧਰਮ ਵਿੱਚ ਇੰਨਾ ਹੋ ਮਤਲਬ ਉਹ ਵਿਸ਼ਵਾਸ ਕਰਿਆ ਲੋਕਾਂ ਨੇ, ਪਰ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਉਹਦਾ ਵਿਸ਼ਵਾਸਘਾਤ ਹੋ ਗਿਆ। ਵਿਸ਼ਵਾਸਘਾਤ ਹੋ ਗਿਆ। ਹਾਂਜੀ, ਤਾਂ ਹੀ ਤਾਂ ਸਦਾਈ ਹੋਇਆ ਫਿਰਦਾ। ਉਹਨਾਂ ਕੋਲ ਚੱਲਦੇ ਆਂ, ਕਿਤੇ ਦੂਰ ਖੜੇ ਹੋ ਕੇ ਗੱਲਬਾਤ ਕਰ। ਚਲੋ ਦੂਰੋਂ ਬੋਲਣ ਵਾਲੇ ਨੇ ਉਹ। ਉਧਰ ਬਾਦਲ ਸਾਹਿਬ 100 ਸਾਲ ਦੇ ਹੋ ਗਏ, ਉਹ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦਿਓ। ਹੈ ਜੀ, ਉਹ ਜਿਕਣਾ ਭਗਵੰਤ ਮਾਨ ਕਹਿੰਦਾ ਵੀ ਪਿੱਪਲ ਦੇ ਪੱਤਿਆਂ ਕਾਹਨੂੰ ਖੜ ਲਾਈ ਹੈ, ਪੁਰਾਣੇ ਝੜ ਗਏ, ਰੁੱਤ ਨਵਿਆਂ ਦੀ ਆਈ ਆ, ਹੁਣ ਨਵਿਆਂ ਨੂੰ ਮੌਕਾ ਦਿਓ। ਨਵਿਆਂ ਦੇ ਵਿੱਚ ਕੌਣ ਜੀ? ਹੁਣ ਕਿਹਦੀ ਸਰਕਾਰ ਬਣਨੀ ਚਾਹੀਦੀ? ਆਦਮੀ ਪਾਰਟੀ ਨੇ ਆਉਣਾ ਜੀ। ਦੇਖੋ ਜੀ 50% ਆਮ ਆਦਮੀ ਪਾਰਟੀ ਆਊਗੀ। ਦੇਖੋ ਐਂ ਪਤਾ ਨਹੀਂ ਵੀ ਕਿੱਧਰ ਨੂੰ ਫੇਰ ਹੋ ਜਾਵੇ। ਆ ਵੇਖ ਲਓ, ਆ ਬਾਬਾ ਉਹ ਹੈ ਜਿਹੜਾ ਪਿੱਛੋਂ ਬੋਲੀ ਜਾਂਦਾ। ਹਾਂਜੀ ਤੁਸੀਂ ਦੱਸੋ ਕੀ ਕਰ ਰਹੇ? ਦੇਖੋ ਜੀ 50% ਹੈਗਾ ਚਾਂਸ ਐਤਕੀ, ਜੇ ਮਤਲਬ ਜ਼ਿਮੀਂਦਾਰ ਖੜ ਜਾਂਦੇ, ਰਾਜੇਵਾਲ ਮੁੱਖ ਮੰਤਰੀ ਬਣ ਜਾਂਦਾ, ਫੇਰ ਇਹਨਾਂ ਨੇ ਵੋਟਾਂ ਪੱਟਣੀਆਂ ਸੀ। ਹੁਣ ਤਾਂ ਕਲੀਅਰ ਬਣਨਾ ਇਹਨਾਂ ਨੇ। ਮੁੱਖ ਮੰਤਰੀ ਚਿਹਰਾ ਤਾਂ ਕਹਿੰਦੇ ਨੇ ਰਾਜੇਵਾਲ ਆਪ ਨੇ। ਨਹੀਂ ਜੀ ਨਹੀਂ, ਉਹ ਤਾਂ ਬੰਦ ਹੋ ਗਿਆ ਜੀ ਸਭ ਕੁਝ। ਨਹੀਂ ਹੈਗੀ, ਉਹਨਾਂ ਨੇ ਪਾਰਟੀ ਬਣਾ ਲਈ ਹੈ ਨਾ, ਬੰਦ ਹੋ ਗਿਆ। ਹੁਣ 1-2 ਦਿਨ ਦੀਆਂ ਖਬਰਾਂ 'ਚ ਦੇਖੋ ਤੁਸੀਂ, ਹੁਣ ਤਾਂ ਇਹਨਾਂ ਨੇ ਭਗਵੰਤ ਮਾਨ ਸ਼ੇਅਰ ਕਰਤਾ। ਚਲੋ ਭਗਵੰਤ ਮਾਨ ਨੂੰ ਪੂਰਾ ਸਮਰਥਨ ਹੈ ਤੁਹਾਡਾ? ਹਾਂਜੀ ਪੂਰਾ ਸਮਰਥਨ ਹੈ। ਪੰਜ ਸਾਹਿਬ ਤੁਸੀਂ ਦੱਸੋ ਕਿਹੜੀ ਪਾਰਟੀ ਹੈ ਤੁਹਾਡੇ ਸਾਹਮਣੇ? ਨਹੀਂ ਮੇਰੀ ਅਜੇ ਕੋਈ ਪਾਰਟੀ ਨਹੀਂ, ਮੇਰਾ ਵਿਕਾਸ ਦੀ ਪਾਰਟੀ ਹੈ। ਬਾਕੀ ਦੇਖਾਂਗੇ ਮਾਹੌਲ ਦੇ ਨਾਲ ਕਿਹੜਾ ਕਿੱਧਰ ਨੂੰ ਜਾਂਦਾ। ਵਿਕਾਸ ਦੀ ਗੱਲ ਹਰੇਕ ਪਾਰਟੀ ਕਰ ਰਹੀ ਹੈ। ਅੱਜ ਤੁਸੀਂ ਅਕਾਲੀਆਂ ਕੋਲ ਚਲ ਜਾਓ, ਉਹਨੇ ਵੀ ਕਹਿਣਾ ਵਿਕਾਸ ਕਰਾਂਗੇ। ਆਮ ਆਦਮੀ ਪਾਰਟੀ ਕੋਲ ਚਲ ਜਾਓ, ਉਹ ਵੀ ਕਹਿ ਰਹੀ ਹੈ ਵਿਕਾਸ ਕਰਾਂਗੇ। ਭਾਜਪਾ ਕੋਲ ਚਲ ਜਾਓ, ਬਸਪਾ ਕੋਲ ਚਲ ਜਾਓ, ਇੱਕੋ ਗੱਲ ਕਹਿ ਰਹੇ ਵਿਕਾਸ ਕਰਾਂਗੇ। ਪਰ ਗੱਲ ਕਿਹਦੀ ਮੰਨੀ ਜਾਵੇ? ਉਹੀ ਗੱਲ ਹੈ ਕਿ ਗੱਲ ਮੰਨੀ ਕਿਹਦੀ ਜਾਵੇ? ਮੰਨਣੇ ਨੂੰ ਤਾਂ ਚੱਲ ਹਾਲ ਦੀ ਘੜੀ ਜਿਹੜੀ ਪੋਜੀਸ਼ਨ ਹੈ, ਮਤਲਬ ਇੱਕ ਨਾ ਟੌਪ ਤੇ ਅਜੇ ਮਤਲਬ ਆਮ ਆਦਮੀ ਪਾਰਟੀ ਨੂੰ ਕਿਹਾ ਜਾ ਸਕਦਾ। ਮੇਨ ਗੱਲ ਹੈ ਵੀਰੇ ਕਿ ਦਿੱਲੀ ਤੁਸੀਂ ਸਭ ਨੇ ਦੇਖਿਆ ਕਿ ਦਿੱਲੀ 'ਚ ਕੇਜਰੀਵਾਲ ਨੇ ਕੰਮ ਕੀਤਾ, ਰਾਈਟ। ਹੁਣ ਇਸ ਟਾਈਮ ਮੌਕਾ ਹੈ ਕਿ ਆਪਾਂ ਨਵੀਂ ਸਰਕਾਰ ਨੂੰ ਦੇਖੀਏ, ਕਿਉਂਕਿ ਅਕਾਲੀ ਤੇ ਕਾਂਗਰਸ ਨੂੰ ਹੁਣ ਤੱਕ ਆਪਾਂ ਸਾਰੀ ਉਮਰ ਹੋ ਗਈ, ਸਾਡੇ ਜੰਮਣੇ ਤੋਂ ਵੀ ਪਹਿਲਾਂ ਦੀ ਹੈ, ਰਾਈਟ। ਉਹ ਬਜ਼ੁਰਗਾਂ ਨੇ ਵੀ ਪਹਿਲਾਂ ਦੀ ਦੇਖੀਆਂ। ਹੁਣ ਸਾਡਾ ਹੱਕ ਬਣਦਾ ਕਿ ਅਸੀਂ ਇੱਕ ਨਵੀਂ ਪਾਰਟੀ ਨੂੰ ਵੀ ਮੌਕਾ ਦੇ ਕੇ ਦੇਖ ਲਈਏ। ਉਹਨਾਂ ਨੇ ਨਹੀਂ ਕੀਤਾ, ਅਗਲੀ ਵਾਰ ਉਹਨਾਂ ਨੂੰ ਮਨਾ ਕਰ ਦਾਂਗੇ, ਸਿੱਧੀ ਗੱਲ ਹੈ। ਹੁਣ ਅਸੀਂ ਚਾਂਸ ਹੈ, ਮੇਨ ਗੱਲ ਹੈ ਨਵੀਂ ਪਨੀਰੀ ਸਾਰੀ ਕੇਜਰੀਵਾਲ ਵੱਲ ਨੂੰ ਹੈ, ਝਾੜੂ ਵੱਲ ਨੂੰ ਹੈ। ਵੋਟ ਅਸੀਂ ਪਾਉਣੀ ਹੈ ਝਾੜੂ ਨੂੰ ਹੈ, ਚਾਹੇ ਕੋਈ ਆਵੇ, ਕੋਈ ਸਾਡਾ ਸਿੱਧਾ ਕੋਰਾ ਜਵਾਬ ਹੈ। ਕੋਈ ਘਰੇ ਆਵੇ ਸਾਡੇ, ਕੋਈ ਕੁਛ ਦੇਵੇ ਨਾ, ਅਸੀਂ ਦਾਰੂਆਂ ਪਿੱਛੇ ਮਰਦੇ ਹਾਂ, ਠੀਕ ਆ। ਅਸੀਂ ਜੇ ਕਿਸੇ ਨੇ ਪੀਣੀ ਆਪਣੀ ਘਰੇ ਲਿਆ ਕੇ ਬੰਦਾ ਪੀ ਸਕਦਾ,
ਕਿਉਂਕਿ ਸਾਡੇ ਕੁਝ ਲੋਕ ਹੁੰਦੇ ਆ ਇੱਦਾਂ ਦੇ ਜਿਹੜੇ ਹਾਂ ਦਾਰੂਆਂ ਪਿੱਛੇ ਲੈ ਕੇ ਹਾਂ ਕਿ ਅਸੀਂ ਤੁਹਾਨੂੰ ਵੋਟ ਪਾਵਾਂਗੇ 100 200 ਰੁਪਏ ਪਿੱਛੇ ਮਰ ਜਾਂਦੇ ਆ ਬਟ ਅਸੀਂ ਪਾਉਣੀਓ ਝਾੜੂ 30 ਪਾਰਟੀ ਨੂੰ ਮੌਕਾ ਦੇਣਾ ਹੈ ਕਿ ਅਰ ਦੇਣਾ ਹੀ ਉਹਨਾਂ ਨੂੰ। ਸੋ ਸ਼ੋਅ ਦਾ ਸਮਾਂ ਵੀ ਜਿਹੜਾ ਨਿਕਲਦਾ ਜਾ ਰਿਹਾ ਹੈ, ਕੁਝ ਕੁ ਸਮਾਂ ਰਹਿ ਗਿਆ ਸਾਡੇ ਕੋਲ ਸ਼ੋਅ ਦਾ। ਸੋ ਪੰਚ ਸਾਹਿਬ ਤੁਸੀਂ ਗਰੰਟੀ ਦੇ ਦਿੱਤੀ ਹੈ ਸਾਰੇ ਪਿੰਡ ਦੇ ਵਿਕਾਸ ਕਾਰਜ ਜਿਹੜੇ ਰੁਕੇ ਹੋਏ ਨੇ ਪੂਰੇ ਹੋਣਗੇ, ਬਾਈ ਜੀ ਨੇ ਜੋ ਗੱਲ ਆਖੀ ਆ ਉਹ ਪੂਰੀ ਹੋਊਗੀ। ਹਾਂਜੀ ਹਾਂਜੀ, ਸਾਨੂੰ ਦੱਸ ਦੇਣੀ ਚਾਹੀਦੀ ਕਿੱਥੇ ਘਾਟ ਹੈ, ਪੂਰੀ ਕਰਾਂਗੇ ਅਸੀਂ। ਠੀਕ ਹੈ ਜੀ। ਸੋ ਵਿਜਨ ਪੰਚਾਇਤ ਧਨੌਰੀ ਵਿੱਚ ਲੱਗੀ ਸੀ ਜ਼ਿਲ੍ਹਾ ਰੂਪਨਗਰ, ਹਲਕਾ ਸ੍ਰੀ ਚਮਕੌਰ ਸਾਹਿਬ, ਸੀਐਮ ਚੰਨੀ ਦਾ ਹਲਕਾ ਹੈ। ਸੋ ਕੋਸ਼ਿਸ਼ ਕੀਤੀ ਗਈ ਸੀ ਕਿ ਚੰਨੀ ਸਾਹਿਬ ਦੇ ਹਲਕੇ ਦੇ ਵਿੱਚ ਜਾ ਕੇ ਪਿੰਡ ਦਾ ਦੌਰਾ ਕੀਤਾ ਜਾਵੇ, ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣ। ਸੋ ਪੰਚ ਸਾਹਿਬ ਨੇ ਗਰੰਟੀ ਲੈ ਲਈ ਹੈ ਕਿ ਜੋ ਕੰਮ ਰੁਕੇ ਹੋਏ ਨੇ ਉਹ ਪੂਰੇ ਕੀਤੇ ਜਾਣਗੇ। ਸੋ ਸਮਾਂ ਦੇ ਰਿਹਾ ਇਜਾਜ਼ਤ ਜੀ, ਵਿਜ਼ਨ ਪੰਚਾਇਤ ਕਿਸੇ ਹੋਰ ਪਿੰਡ ਲੱਗੂਗੀ, ਉੱਥੇ ਮਿਲਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।